ਤੂੰ ਦਸ਼ਮੇਸ਼ ਗੁਰਾਂ ਦੇ ਲਾਲਾ ਨੂੰ ਨਾ ਮਾਰ ਸੂਬਿਆ, ਤੂੰ ਦਸ਼ਮੇਸ਼ ਗੁਰਾਂ ਦੇ ਲਾਲਾ ਨੂੰ ਨਾ ਮਾਰ ਸੂਬਿਆ, ਤੂੰ ਦਸ਼ਮੇਸ਼ ਗੁਰਾਂ ਦੇ ਲਾਲਾ ਨੂੰ ਨਾ ਮਾਰ ਸੂਬਿਆ, ਤੂੰ ਦਸ਼ਮੇਸ਼ ਗੁਰਾਂ ਦੇ ਲਾਲਾ ਨੂੰ ਨਾ ਮਾਰ ਸੂਬਿਆ, ਤੂੰ ਦਸ਼ਮੇਸ਼ ਗੁਰਾਂ ਦੇ ਲਾਲਾ ਨੂੰ ਨਾ ਮਾਰ ਸੂਬਿਆ, ਤੂੰ ਦਸ਼ਮੇਸ਼ ਗੁਰਾਂ ਦੇ ਲਾਲਾ ਨੂੰ ਨਾ ਮਾਰ ਸੂਬਿਆ। ਜੇ ਗੁਰੂ ਹੋਵੇ ਫੌਜਾਂ ਢੋਵੇ, 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 ਗੁਰੂ ਹੋਵੇ ਫੌਜਾਂ ਢੋਵੇ, ਜੇ ਗੁਰੂ ਹੋਵੇ ਫੌਜਾਂ ਢੋਵੇ, ਤੈਨੂੰ ਤਾਂ ਤੀਰਾਂ ਨਾਲ ਪਰੋਵੇ, ਤੈਨੂੰ ਤੀਰਾਂ ਨਾਲ ਪਰੋਵੇ, ਤੈਨੂੰ ਤੀਰਾਂ ਨਾਲ ਪਰੋਵੇ, ਤੈਨੂੰ ਤੀਰਾਂ ਨਾਲ ਪਰੋਵੇ, ਤੀਰਾਂ ਨਾਲ ਪਰੋਵੇ, ਤੈਨੂੰ ਤੀਰਾਂ ਨਾਲ ਪਰੋਵੇ। ਉਹਨੇ ਲੜ ਕੇ ਮਾਰੇ ਕਈ ਹਜ਼ਾਰ ਸੂਬਿਆਂ, ਤੂੰ ਦਸ਼ਮੇਸ਼ ਗੁਰਾਂ ਦੇ ਲਾਲਾ ਨੂੰ ਨਾ ਮਾਰ ਸੂਬਿਆਂ, ਤੂੰ ਦਸ਼ਮੇਸ਼ ਗੁਰਾਂ ਦੇ ਲਾਲਾ ਨੂੰ ਨਾ ਮਾਰ ਸੂਬਿਆ, ਤੂੰ ਦਸ਼ਮੇਸ਼ ਗੁਰਾਂ ਦੇ ਲਾਲਾ ਨੂੰ ਨਾ ਮਾਰ ਸੂਬਿਆ, ਤੂੰ ਦਸ਼ਮੇਸ਼ ਗੁਰਾਂ ਦੇ ਲਾਲਾ ਨੂੰ ਨਾ ਮਾਰ ਸੂਬਿਆ, ਤੂੰ ਦਸ਼ਮੇਸ਼ ਗੁਰਾਂ ਦੇ ਲਾਲਾ ਨੂੰ ਨਾ ਮਾਰ ਸੂਬਿਆ। मरने का चाहूं है मरो तहर के द्वारो, हर पूछे कौन है परा मारे वारो। परम सत्कारयोग गुरु जी की सज के नवाजी साध संगत जी, अमृत वेले साहिब सच्चे पातशाह महाराज जुगो जुग टल आत्मक ग्रंथां दे स्वामी करता सर्व मनुखता दे सांझे रहबर धन 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 श्री गुरु ग्रंथ साहब महाराज जिन्हां दे पावन पवित्र चरणां विच अंमृत वेले जुड़न का सुभाग समा प्राप्त हुंदा है। महाराज जी प्रमाण करते हैं, अंमृत वेले की बाबत बड़ा कुछ महाराज जी ने लिखे भी अंमृत वेले उठण दे बड़े फायदे हैं। गुरु जी की अत्यंत खुशी जी ने लैनी है। 52 हुक्मनामे गुरु साहब जी दे वर्णन करे ने। 52 हुक्म उन्हां 52 हुक्म दे विच चौथा हुक्म है जिहड़ा ना, उहदे विच महाराज जी कहंदे ने सिख ने अंमृत वेले जागना है। ये 52 हुक्मनामे कदों उचारण करे सच्चे पातशाह महाराज जी ने, जदों तख्त श्री हजूर साहब नंदेड़ महाराष्ट्र की धरती उत्ते अपने आप को शरीर करके सदा लिए अलोप कर रहे सन। उदों महाराज जी ने बड़ियां देना दित्तियां सिख कौम नूं। उस वक्त जो महाराज जी के उत्ते कातलाना हमला हो गया, जमशैद खां ते गुले खां दो पठान मुगलिया वो सूबे सरांदे दरबार विचों कसमां खा के तुरे सी। असी गुरु गोबिंद सिंह महाराज नूं मौत दे घाट उतार के
ਫਿਰ ਅਸੀਂ ਵਾਪਸ ਮੁੜਾਂਗੇ। ਮਹਾਰਾਜ ਦੇ ਜਥੇ ਵਿੱਚ ਰਹੇ, ਕੈਂਪ ਵਿੱਚ ਰਹਿੰਦੇ ਨੇ ਨਾਲ ਨਾਲ। ਮਹਾਰਾਜ ਉਹਨਾਂ ਨੂੰ ਬਹੁਤਾ ਪਿਆਰ ਕਰਦੇ ਨੇ, ਬਹੁਤਾ ਮਾਣ ਦਿੰਦੇ ਨੇ। ਭਾਈ ਦਿਆਲ ਸਿੰਘ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਸੀਂ ਆਹ ਮੁਗਲ ਪਠਾਣਾਂ ਦੇ ਨਾਲ ਬਹੁਤਾ ਜ਼ਿਆਦਾ ਪਿਆਰ ਕਰਦੇ ਹੋ। ਅਸੀਂ ਤੁਹਾਡੇ ਨਾਲ ਜ਼ਿੰਦਗੀਆਂ ਲਾ ਦਿੱਤੀਆਂ ਤਾਂ ਹੁਣ ਆਏ ਨੇ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵਿਅੰਗ ਬਚਨ ਕਰਕੇ ਕਹਿਣਾ, ਭਾਈ ਦਿਆ ਸਿਆ ਉਹ ਜਿਹੜਾ ਕੰਮ ਇਹ ਮੁਗਲੀਆ ਪਠਾਨ ਕਰ ਦੇਣਗੇ ਉਹ ਤੁਹਾਤੋਂ ਨਹੀਂ ਹੋਣਾ, ਤੁਸੀਂ ਉਹ ਕੰਮ ਨਹੀਂ ਕਰ ਸਕਦੇ। ਭਾਈ ਦਿਆਲ ਸਿੰਘ ਜੀ ਕਹਿਣ ਲੱਗੇ, ਅਸੀਂ ਸੀਸ ਭੇਟ ਕਰ ਦਿੱਤੇ, ਘਰ-ਬਾਰ ਛੱਡ ਦਿੱਤਾ, ਸਭ ਕੁਝ ਛੱਡ ਦਿੱਤਾ, ਅਸੀਂ ਸਾਰਾ ਕੁਝ ਹੀ ਅਰਪਣ ਬਾਜਾਂ ਵਾਲੇ ਨੂੰ ਕਰ ਦਿੱਤਾ। ਤੇ ਮਹਾਰਾਜ ਕਹਿਣ ਲੱਗੇ, ਜਿਹੜਾ ਕੰਮ ਇਹ ਕਰਨਗੇ ਉਹ ਤੁਹਾਥੋਂ ਨਹੀਂ ਹੁੰਦਾ, ਹੋਰ ਇਦੋਂ ਵੱਧ ਕੇ ਕੀ ਕਰ ਦੇਣਗੇ। ਪਰ ਉਹ ਭੇਦ ਰੱਖ ਦਿੱਤਾ ਉਸ ਗੱਲ ਦਾ। ਚਲੋ ਖੈਰ, ਕਹਿਣ ਤੋਂ ਭਾਵ ਮਹਾਰਾਜ ਦੇ ਨਾਲ ਨੇ, ਆਪ ਉਹਨਾਂ ਨੂੰ ਹੱਥੀਂ ਭੋਜਨ ਵੀ ਛਕਾਉਂਦੇ ਨੇ, ਕੋਲ ਬਿਠਾਉਂਦੇ ਨੇ ਦੀਵਾਨ ਵਿੱਚ। ਭਾਵ ਬਹੁਤੀ ਨੇੜਤਾ ਬਣਾ ਲਈ ਉਹਨਾਂ ਦੇ ਨਾਲ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਧਰ ਨੰਦੇੜ ਦੀ ਧਰਤੀ ਦੇ ਉੱਤੇ ਮਹਾਰਾਜ ਜੀ ਬੈਠੇ ਨੇ। ਬੰਦਾ ਬਹਾਦਰ ਨੂੰ ਵੀ ਉੱਥੋਂ ਤੋਰਿਆ ਮਾਧੋਦਾਸ ਵੈਰਾਗੀ ਵੀ ਜਾ ਕੇ ਪੰਜਾਬ ਦੀ ਧਰਤੀ ਦੇ ਵਿੱਚ ਜਿੱਥੇ ਜਿੱਥੇ ਗੁਰੂ ਕੇ ਖਾਲਸਿਆਂ ਉੱਤੇ ਅਤਿਆਚਾਰ ਹੋਇਆ, ਉਹ ਸੂਬਾ ਸਰਹੰਦ ਨੇ ਉਹਦਾ ਸੋਧਾ ਲਾਉਣਾ ਹੈ। ਤੇ ਭਾਵ ਕਹਿਣ ਤੋਂ ਥਾਪੜਾ ਦੇ ਕੇ ਫਿਰ ਬੰਦਾ ਹੀ ਬਹਾਦਰ ਨੂੰ ਇਸ ਪਵਿੱਤਰ ਧਰਤੀ ਉੱਤੇ, ਪੰਜਾਬ ਦੀ ਧਰਤੀ ਉੱਤੇ ਭੇਜਿਆ। ਤੁਰਿਆ ਛੋਟਾ ਕਾਫਲਾ ਸੀ, ਤੁਰਦਿਆਂ ਤੁਰਦਿਆਂ ਕਾਫਲਾ ਵੱਡਾ ਹੁੰਦਾ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਫਿਰ 52 ਹੁਕਮਨਾਮੇ ਉਚਾਰਨ ਕਰੇ ਨੇ। 52 ਹੁਕਮ ਨੇ ਗੁਰੂ ਦੇ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਹਰ ਇੱਕ ਥਾਂ ਮੈਂ ਸਿੱਖਾਂ ਨੂੰ ਬੇਨਤੀ ਕਰਦਾ ਹੀ ਆਇਆ, ਬੇਨਤੀ ਕਰਦਾ ਆਇਆ, ਪਰ ਮੇਰੀਆਂ ਬੇਨਤੀਆਂ ਸਿੱਖਾਂ ਨੇ ਘੱਟ ਮੰਨੀਆਂ ਨੇ। ਅੱਜ ਮੈਂ ਸਿੱਖਾਂ ਨੂੰ ਬੇਨਤੀ ਨਹੀਂ ਕਰਦਾ, ਜੋ ਹੁਕਮ ਦੇ ਰੂਪ ਦੇ ਵਿੱਚ ਕਰਦਾ। ਹਮਲਾ ਹੋ ਗਿਆ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਖੂਨ ਚੱਲਦਾ ਹੈ। ਕੌਲ ਡਾਕਟਰ ਨੇ ਆ ਕੇ ਟੰਕੇ ਲਾ ਦਿੱਤੇ ਮਹਾਰਾਜ ਜੀ ਦੇ ਸਰੀਰ ਉੱਤੇ। 8-10 ਦਿਨ ਮਹਾਰਾਜ ਜੀ ਨੇ ਆਰਾਮ ਕਰਿਆ। ਉੱਪਰੋਂ ਜ਼ਖਮ ਆਰਾਮ ਆ ਗਿਆ, ਪਰ ਵਿੱਚੋਂ ਅੱਲਾ ਸੀ ਹਜੇ ਬਹੁਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਵਿੱਤਰ ਸ਼ਸਤਰ ਧੋ ਕੇ ਬਾਹਰ ਰੱਖ ਦਿੱਤੇ। ਉਹਨਾਂ ਉੱਤੇ ਚੌਰ ਹੁੰਦਾ, ਸ਼ਸਤਰਾਂ ਦੇ ਉੱਤੇ ਵੀ ਚੌਰ ਹੁੰਦਾ ਮਹਾਰਾਜ ਦੇ ਜਿਹੜੇ ਪਾਏ ਹੋਏ ਸੀ, ਕਿਉਂਕਿ ਮਹਾਰਾਜ ਜੀ ਕਹਿੰਦੇ ਇਹ ਸਾਡੇ ਪੀਰ ਨੇ, ਪੀਰ। ਅੱਜ ਲੋਕ ਉਹਨਾਂ ਨੂੰ 4 ਇੱਟਾਂ ਰੱਖ ਕੇ ਉਹਨਾਂ ਨੂੰ ਪੀਰ ਮੰਨਣ ਲੱਗ ਜਾਂਦੇ ਨੇ ਵੀ ਸਾਡੇ ਪੀਰ ਨੇ। ਚਲੋ ਮੰਨਣਾ ਚਾਹੀਦਾ, ਅਸੀਂ ਰੋਕਦੇ ਨਹੀਂ। ਆਪਣੇ ਆਪਣੇ ਧਰਮ ਕੀ ਸਭੇ ਮਨਾਵੈ ਟੇਕ। ਪਰ ਸਿੱਖ ਧਰਮ ਦੇ ਵਿੱਚ ਜੇ ਸਭ ਤੋਂ ਵੱਡੇ ਪੀਰ ਹੈ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਆ ਸ਼ਸਤਰ ਸਾਡੇ ਪੀਰ ਹੈ, ਕਿਉਂਕਿ ਸ਼ਸਤਰ ਕੇ ਅਧੀਨ ਹੈ ਰਾਜ। ਸ਼ਸਤਰ ਤੋਂ ਬਿਨਾਂ ਸਿੱਖ ਇੱਕ ਭੇਡ ਦੀ ਨਿਆਈ ਹੈ। ਮਹਾਰਾਜ ਜੀ ਕਹਿੰਦੇ, ਸ਼ਸਤਰ ਮੇਰੇ ਪੀਰ ਨੇ, ਇਹਨਾਂ ਦੇ ਨਾਲ ਮੈਂ 1 ਨਹੀਂ 2 ਨਹੀਂ किन्ने जंग जित ले। इन्हीं के प्रसाद सब शत्रु मरे, इन्हीं के प्रसाद सब युद्ध जिते, इन्हीं की कृपा से सजे हम है नहीं मोसा गरीब करोड़ परे है। चलो मैं अर्ज कर रहा सी जेड़े भी जेड़ा महाराज ने चौथा हुक्मनामा चारण करया ना, वो है अंमृत वेले दा जागना। महाराज जी कहते सिखा अंमृत वेले पहर रात रहिंदी, उहदे विच लिखिया पहर रात रहिंदी, भाव दिन चढ़न विच 3 घंटे रहिंदे होण, 3 घंटिਆਂ ਦਾ ਇੱਕ ਪਹਿਰ।
ਦਿਨ ਚੜ੍ਹਨ ਵਿੱਚ 3 ਘੰਟੇ ਰਹਿੰਦੇ ਹੁਣ, ਇੱਕ ਪਹਿਰ ਰਹਿੰਦਾ ਹੋਵੇ ਤੇ ਉੱਠ ਕੇ ਇਸ਼ਨਾਨ ਧਿਆਨ ਕਰਕੇ ਤੂੰ ਬਾਣੀ ਦੇ ਨਾਲ ਜੁੜ ਜੀ, ਬਾਣੀ ਪੜ੍ਹੀ ਤੇਰਾ ਭਲਾ ਹੋ ਜਾਊਗਾ। ਤੇ ਸੱਚੇ ਪਾਤਸ਼ਾਹ ਮਹਾਰਾਜ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਜਾਰੀ ਕੀਤਾ। ਮੈਂ ਅਰਜ਼ ਕਰ ਰਿਹਾ ਸੀ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ। 4 ਪ੍ਰਕਰਮਾ ਕਰਕੇ 5 ਪੈਸੇ ਤੇ ਨਾਰੀਅਲ ਸ੍ਰੀ ਫਲ ਰੱਖ ਕੇ ਮਹਾਰਾਜ ਨੂੰ ਮੱਥਾ ਟੇਕ ਕੇ ਫਿਰ ਹੁਕਮ ਕਰਿਆ। ਮਹਾਰਾਜ ਜੀ ਨੇ ਗੋਜ ਪੋਥੀ ਦਾ ਬਚਨ ਹੈ। ਮਹਾਰਾਜ ਜੀ ਕਹਿੰਦੇ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਹਿੰਦੇ ਸਭ ਸਿੱਖਣ ਕੋ ਹੁਕਮ ਹੈ, ਅੱਜ ਤੋਂ ਮੇਰਾ ਹੁਕਮ ਹੈ। ਇਸ ਕਰਕੇ ਜਿਹੜੇ ਇਹ ਦੋਹਰਾ ਉਚਾਰਨ ਕਰਿਆ ਹੈ, ਇਹ ਫਿਰ ਗੋਜ ਪੋਥੀ ਦੇ ਵਿੱਚ ਕਈ ਵਿਦਵਾਨ ਲਿਖਦੇ ਨੇ। ਭਾਈ ਪ੍ਰਹਲਾਦ ਸਿੰਘ ਜੀ ਹੋਏ ਨੇ, ਭਾਈ ਚੌਪਾ ਸਿੰਘ ਜੀ ਹੋਏ ਨੇ, ਮਹਾਨ ਵਿਦਵਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਉਹਨਾਂ ਦੀ ਪੋਥੀ ਦੇ ਬਚਨ ਹੈ। ਕਿਉਂਕਿ ਬਹੁਤੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਕੁਝ ਕੁ ਦਸਮ ਗ੍ਰੰਥ ਦੇ ਵਿੱਚ ਹੈ, ਕੁਝ ਕੁ ਸਾਡੇ ਧਰਮ ਦੇ ਵਿੱਚ ਸੀਨਾ ਪਸੀਨਾ ਅੱਜ ਚੱਲ ਰਹੀਆਂ ਹਨ, ਪਰ ਉਹਨਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ। ਜਿਹੜੇ ਅਰਦਾਸ ਦੇ ਬੋਲ ਨੇ, ਸੰਪੂਰਨ ਅਰਦਾਸ ਹੈ, ਭਾਵੇਂ ਕਿਸੇ ਵੀ ਉਹ ਸੰਸਥਾ ਦੀ ਹੈ। ਅਰਦਾਸ ਜਿਤਨੀ ਵੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨਹੀਂ ਹੈ, ਦਸਮ ਗ੍ਰੰਥ ਦੇ ਵਿੱਚ ਦਰਜ ਹੈ। ਪਰ ਦੇਖੋ ਮਹਾਨਤਾ ਕਿੱਡੀ, ਅਰਦਾਸ ਦੋਨੋਂ ਟਾਈਮ ਹਰ ਇੱਕ ਗੁਰੂ ਘਰ ਵਿੱਚ ਹੁੰਦੀ ਹੈ। ਕਿਸੇ ਦਾ ਕਾਰਜ ਹੈ ਤਾਂ ਵੀ ਗੁਰੂ ਦੇ ਅੱਗੇ ਖੜ੍ਹ ਕੇ ਅਰਦਾਸ ਕੀਤੀ ਜਾਂਦੀ ਹੈ। ਅਰਦਾਸ ਵਿੱਚ ਬੜੀ ਵੱਡੀ ਤਾਕਤ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜੇ ਕਿਤੇ ਅਗਰ ਦਿਲੋਂ ਅਰਦਾਸ ਹੋ ਜਾਵੇ, ਦਿਲੋਂ ਹਿਰਦੇ ਵਿੱਚੋਂ ਸਿੱਖ ਕਿਤੇ ਅਰਦਾਸ ਕਰ ਦੇਵੇ, ਫਿਰ ਉਹ ਅਰਦਾਸ ਵਿਰਥੀ ਨਹੀਂ ਜਾਂਦੀ। ਅਰਦਾਸ ਦੇ ਬੋਲ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨਹੀਂ ਹੈ। 4 ਸਾਹਿਬਜ਼ਾਦਿਆਂ ਦੇ ਨਾਂ, 5 ਪਿਆਰਿਆਂ ਦੇ ਨਾਂ, 40 ਮੁਕਤਿਆਂ ਦੇ ਨਾਂ, ਜਿਹੜਾ ਆਪਾਂ ਰੋਜ਼ ਇਤਿਹਾਸ ਬਾਚਦੇ ਹਾਂ। ਦੇਖੋ ਇਹਦਾ ਸਾਰ ਭਾਵ ਵੀ ਹੈ। ਪਰਸੋਂ ਚੌਥੇ ਮਰਜ ਕਰ ਰਿਹਾ ਸੀ, ਮਹਾਰਾਜ ਜੀ ਕਹਿੰਦੇ, ਜਨ ਮੇਜੇ ਗੁਰ ਸ਼ਬਦ ਨਾ ਜਾਣਿਆ। ਇਹ ਬਾਣੀ ਤਾਂ ਇੰਨੀ ਹੈ, ਪਰ ਇਹਦਾ ਜੇ ਵਿਸਤਾਰ ਦੇਖਣਾ ਤਾਂ ਦਸਮ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਪਊਗੀ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸਿੱਖ ਨੇ ਅਰਦਾਸ ਕਰਨੀ ਹੈ। ਕੋਈ ਵੀ ਭੀੜੀ ਪਵੇ, ਸਿੱਖ ਇਕੱਠੇ ਹੋ ਕੇ, ਸਾਰੇ ਕੌਮ ਇਕੱਠੀ ਹੋ ਕੇ ਅਰਦਾਸ ਕਰ ਦੇਵੇ, ਮੈਂ ਨੇੜੇ ਹੋ ਕੇ ਸੁਣਦਾ ਹਾਂ। ਇਹ ਬਚਨ ਆ ਮੌੜ ਮੰਡੀ ਦੇ ਉੱਪਰਲੇ ਪਾਸੇ, ਜਦੋਂ ਮੌੜ ਮੰਡੀ ਤੋਂ ਬਠਿੰਡੇ ਨੂੰ ਜਾਵਾਂਗੇ ਨਾ, ਉਹਦੇ ਰਸਤੇ ਦੇ ਵਿੱਚ ਮੌੜ ਮੰਡੀ ਤੋਂ ਸਿਰਫ 3-4 ਕਿਲੋਮੀਟਰ ਇੱਕ ਖੇਤਾਂ ਦੇ ਵਿੱਚ ਗੁਰਦੁਆਰਾ, ਉਸ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਤਿੱਤਰਸਰ ਸਾਹਿਬ। ਇਤਿਹਾਸਕ ਸਥਾਨ ਹੈ। ਉੱਥੇ ਮਹਾਰਾਜ ਜੀ ਬੈਠੇ, ਅੰਮ੍ਰਿਤ ਵੇਲਾ ਹੈ, ਟਿੱਬਿਆਂ ਦੇ ਉੱਤੇ ਮਹਾਰਾਜ ਜੀ ਬੈਠੇ। ਸਿੱਖਾਂ ਨੇ ਪੁੱਛਿਆ, ਸੱਚੇ ਪਾਤਸ਼ਾਹ ਆਪ ਸਰੀਰ ਹੋ ਕਿ ਸ਼ਬਦ ਹੋ? ਮਹਾਰਾਜ ਕਹਿਣ ਲੱਗੇ, ਸਿੱਖੋ ਕੋਈ ਤੁਹਾਡੇ ਮਨ ਵਿੱਚ ਸ਼ੰਕਾ ਹੈ? ਹਾਂ ਮਹਾਰਾਜ ਸ਼ੰਕਾ ਹੈ। ਕਹਿੰਦੇ ਆਪਣੀ ਸ਼ੰਕਾ ਪੂਰੀ ਕਰ ਲਓ, ਮੈਂ ਸਰੀਰ ਨਹੀਂ ਹਾਂ। ਭਾਈ ਦਿਆਲ ਸਿੰਘ ਜੀ ਕਹਿਣ ਲੱਗੇ, ਸਾਹਮਣੇ ਖੜੇ ਹੋ, ਸਰੀਰ ਦਿਖਦਾ? ਕਹਿੰਦੇ ਨਹੀਂ, ਸਰੀਰ ਨਹੀਂ ਹੈ। ਚੰਗਾ ਜੇ ਸਰੀਰ ਹੈ, ਮੇਰੇ ਉੱਪਰ ਦੀ ਕਮਰ ਕੱਸਾ ਲਾ ਕੇ ਦਿਖਾਓ। ਜਿਹੜਾ ਆਪਾਂ ਕਮਰ ਕੱਸਾ ਬੰਨ੍ਹਦੇ ਆ ਨਾ, ਕਮਰ ਇਹਨੂੰ ਕੱਸ ਕੇ ਰੱਖਣਾ ਭਾਵ, ਉਹ ਜਦੋਂ ਉੱਪਰਲੇ ਪਾਸੇ ਦੀ ਪਾ ਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਕਮਰ ਕੱਸਾ ਬੰਨ੍ਹਦੇ ਨੇ, ਸਿੱਖ ਹੱਥ ਵਿੱਚ ਆ ਜਾਂਦਾ, ਦੇਖਣ ਨੂੰ ਸਰੀਰ ਲੱਗਦਾ। ਫੇਰ ਬੰਨ੍ਹਦੇ ਨੇ, ਫੇਰ ਉਹ ਹੱਥ ਵਿੱਚ ਆ ਜਾਂਦਾ। ਤੀਸਰੀ ਵਾਰ ਫੇਰ ਬੰਨਿਆ, ਫੇਰ ਹੱਥ ਵਿੱਚ ਆ ਗਿਆ। ਮਹਾਰਾਜ ਜੀ ਕਹਿਣ ਲੱਗੇ, ਇਹ ਤਾਂ ਇੱਕ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਕਹਿੰਦੇ ਮੈਂ ਸਰੀਰ ਨਹੀਂ ਹਾਂ। ਗੁਰੂ ਸਾਡਾ ਕੀ ਹੈ? ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸਾਡਾ ਗੁਰੂ ਸ਼ਬਦ ਹੈ, ਜਿਸ ਗੁਰੂ ਦੇ ਚਲਣਾ ਵਿੱਚ ਅਸੀਂ ਆ ਕੇ ਰੋਜ਼ਾਨਾ ਜੁੜਦੇ ਹਾਂ। ਹਾਂ ਚਲੋ, ਮੈਂ ਅਰਜ਼ ਕਰ ਰਿਹਾ ਸੀ, ਅਰਦਾਸ ਵਿੱਚ ਬੜੀ ਵੱਡੀ ਤਾਕਤ ਹੈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਜੋਤ ਜਗਾ ਰਹੇ ਨੇ। ਜੋਤ ਜਗਾਉਂਦਿਆਂ ਮਹਾਰਾਜ ਜੀ ਨੇ ਕਿਹਾ ਵੀ ਜਿਹੜਾ ਸਾਡੇ ਨਾਲ ਬਹੁਤਾ ਪਿਆਰ ਕਰਦਾ ਨਾ, ਉਹ ਸਿੱਖ ਸ਼ਸਤਰ ਭੇਟਾ ਕਰੇ ਸਾਨੂੰ। ਸ਼ਸਤਰ ਜਿਹਦੇ 2 ਪੁੱਤਰ ਆ, ਉਹ 1 ਪੁੱਤਰ ਭੇਟਾ ਕਰੇ।
ਜਿਹਦੇ 4 ਪੁੱਤਰ ਹੈ 2 ਪੁੱਤਰ ਭੇਟਾ ਕਰ ਦੇਵੇ, ਤੇ ਜਾਂ ਵਧੀਆ ਸ਼ਸਤਰ ਜਾਂ ਵਧੀਆ ਘੋੜੇ, ਮਹਾਰਾਜ ਨੇ ਫੌਜ ਜਿਹੜੀ ਆ ਉਹ ਬਣਾਉਣੀ ਆਰੰਭ ਕਰ ਦਿੱਤੀ। ਸ਼ਸਤਰਾਂ ਦੇ ਨਾਲ ਮਹਾਰਾਜ ਜੀ ਬੜਾ ਪਿਆਰ ਕਰਦੇ, ਬਈ ਇੱਥੋਂ ਸ਼ੁਰੂ ਕਰਿਆ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਕੋਈ 1 ਪੁੱਤਰ ਭੇਟਾ ਕਰ ਜਾਂਦਾ, ਕੋਈ 2 ਪੁੱਤਰ ਭੇਟਾ ਕਰ ਜਾਂਦਾ, ਕੋਈ ਵਧੀਆ ਕੀਮਤੀ ਘੋੜਾ ਲੈ ਕੇ ਆਉਂਦਾ ਮਹਾਰਾਜ ਦੇ ਚਰਨਾਂ ਵਿੱਚ। ਮਹਾਰਾਜ ਬੜੇ ਖੁਸ਼ ਹੁੰਦੇ ਨੇ। ਇਹ ਵੀ ਬਾਜਾਂ ਵਾਲੇ ਦੇ ਪਾਵਨ ਪਿੱਤਰ ਹੁਕਮਨਾਮਿਆਂ ਦੇ ਵਿੱਚ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਘੋੜੇ ਦੀ ਸੇਵਾ ਕਰਦਾ ਨਾ, ਉਹਦੇ ਉੱਤੇ ਸਾਡੀ ਬਹੁਤੀ ਖੁਸ਼ੀ ਹੈ। ਸਰਵਲੋਹ ਦਾ ਇੱਕ ਭਾਂਡਾ ਹੈ, ਸਰਵਲੋਹ ਸ਼ੁੱਧ ਲੋਹਾ ਕਹਿੰਦੇ ਨੂੰ, ਸ਼ੁੱਧ ਲੋਹਾ। ਮਹਾਰਾਜ ਜੀ ਕਹਿੰਦੇ ਜਿਹੜਾ ਸਰਵਲੋਹ ਦੀ ਜਿਹੜੀ ਪੂਜਾ ਕਰਦਾ ਨਾ, ਭਾਵ ਉਹਨਾਂ ਦੀ ਸੇਵਾ ਕਰਦਾ, ਉਹਨਾਂ ਤੇ ਸਾਡੀ ਅਤਿਅੰਤ ਖੁਸ਼ੀ ਹੈ। ਸਰਵਲੋਹ ਦੇ ਭਾਂਡਿਆਂ ਵਿੱਚ ਜਿਹੜੇ ਸਾਡੇ ਨਿਹੰਗ ਸਿੰਘ ਵੀਰ ਨੇ, ਗੁਰਮੁਖ ਪਿਆਰੇ ਨੇ, ਉਹ ਜਿਹੜੇ ਨਾ ਸਰਵਲੋਹ ਦੇ ਬਰਤਨਾਂ ਵਿੱਚ ਖੰਡ, ਲੋਹੇ ਦੀ ਘਾਟ ਜਿਹੜੀ ਉਹ ਸਾਡੀ ਪੂਰੀ ਹੋ ਜਾਂਦੀ ਹੈ। ਸਰਵਲੋਹ ਦਾ ਕੜਾ ਪਾਉਣਾ, ਮਹਾਰਾਜ ਜੀ ਕਹਿੰਦੇ ਅੰਤਰੀਆਂ ਨਾਲ ਘਸ ਘਸ ਕੇ ਸਾਡੇ ਜਿਹੜੀ ਸਰੀਰ ਦੀ ਫੁਲਾਦੀ ਘਾਟ ਹੈ ਨਾ, ਉਹ ਪੂਰੀ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਵੀ ਵਧੀਆ ਤੋਂ ਵਧੀਆ ਕੀਮਤੀ ਘੋੜਾ, ਵਧੀਆ ਤੋਂ ਵਧੀਆ ਸ਼ਸਤਰ ਲਿਆ ਕੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਭੇਟ ਕਰੋ। ਇਸੇ ਤਰ੍ਹਾਂ ਸੁਣਦਿਆਂ ਇੱਕ ਲਾਲ ਚੰਦ ਮਿਸਤਰੀ ਹੈ, ਉਹਦਾ ਨਾਮ ਹੈ ਭਾਈ ਲਾਲ ਚੰਦ ਜੀ। ਉਹਨੇ ਕਿਹਾ ਮਹਾਰਾਜ ਜੀ ਜਿਹੜਾ ਵੀ ਕੋਈ ਸ਼ਸਤਰ ਲੈ ਕੇ ਆਉਂਦਾ ਸਿੰਘ, ਉਹਦੇ ਤੇ ਬੜੇ ਖੁਸ਼ ਹੁੰਦੇ ਨੇ, ਤੇ ਮੈਂ ਵੀ ਕੋਈ ਕੀਮਤੀ ਵਸਤੂ ਭੇਟਾ ਕਰਾਂ, ਸੱਚੇ ਪਾਤਸ਼ਾਹ ਮਹਾਰਾਜ ਦੀ ਖੁਸ਼ੀ ਲਵਾਂ। ਤੇ ਸੱਚੇ ਪਾਤਸ਼ਾਹ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਹਰ ਇੱਕ ਨੂੰ ਖੁਸ਼ੀਆਂ ਬਖਸ਼ਿਸ਼ ਕਰਦੇ ਨੇ। ਉਸ ਮਨੁੱਖ ਨੇ ਇੱਕ ਗੈਂਡੇ ਦੀ ਢਾਲ ਬਣਾਉਣੀ ਸ਼ੁਰੂ ਕਰਤੀ। ਗੈਂਡਾ ਢਾਲ ਇੱਕ ਸ਼ਸਤਰ ਹੈ, ਜਦੋਂ ਕੋਈ ਵਾਰ ਕਰਦਾ ਨਾ, ਢਾਲ ਅੱਗੇ ਕਰਕੇ ਉਹ ਸ਼ਸਤਰ ਦਾ ਵਾਰ ਰੋਕਿਆ ਜਾਂਦਾ ਹੈ। ਤਲਵਾਰ ਦਾ ਵਾਰ ਵੀ ਰੁਕ ਜਾਂਦਾ, ਉਹਦੇ ਉੱਤੇ ਬਰਸ਼ੇ ਦਾ ਵਾਰ ਵੀ ਰੁਕ ਜਾਂਦਾ ਹੈ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਉਹ ਜਿਹੜੀ ਕਮਰ ਦੇ ਨਾਲ ਬੰਨੀ ਹੁੰਦੀ ਸੀ ਢਾਲ ਹਰ ਵਕਤ, ਤੇ ਉਹ ਢਾਲ ਬਣਾਉਣ ਲੱਗ ਪਿਆ ਗੁਰਸਿੱਖ ਭਾਈ ਲਾਲ ਚੰਦ ਜੀ। ਆਪਣੇ ਘਰ ਵਿੱਚ ਬੈਠਾ, ਮਿਸਤਰੀ ਸਿੰਘ ਹੈ, ਹੁਨਰ ਬੜਾ ਕੋਲੇ, ਗੁਣ ਬਹੁਤ ਹੈ। ਤੇ ਉਹਨੇ ਢਾਲ ਬਣਾਉਣੀ ਸ਼ੁਰੂ ਕਰ ਦਿੱਤੀ। ਮਨ ਵਿੱਚ ਕੀ ਹੈ, ਮੈਂ ਗੁਰੂ ਜੀ ਦੀ ਖੁਸ਼ੀ ਲੈਣੀ ਹੈ ਜਾ ਕੇ। ਗੁਰੂ ਜੀ ਨੇ ਕਿਹਾ ਜਿਹਨੇ ਸਾਡੀ ਖੁਸ਼ੀ ਲੈਣੀ ਹੈ ਨਾ, ਉਹ ਸ਼ਸਤਰ ਲੈ ਕੇ ਆਵੇ ਵਧੀਆ ਤੋਂ ਵਧੀਆ। ਤੇ ਅੱਜ ਗੁਰੂ ਦੀ ਖੁਸ਼ੀ ਲੈਣ ਵਾਸਤੇ ਭਾਈ ਲਾਲ ਚੰਦ ਨੇ ਢਾਲ ਬਣਾਉਣੀ ਸ਼ੁਰੂ ਕਰ ਦਿੱਤੀ ਘਰ ਦੇ ਵਿੱਚ, ਵੀ ਮੈਂ ਗੁਰੂ ਸਾਹਿਬ ਨੂੰ ਢਾਲ ਦੇ ਕੇ ਆਉਣੀ ਹੈ, ਜਿਹੜੀ ਮਹਾਰਾਜ ਦੀ ਖੁਸ਼ੀ ਲੈਣੀ ਹੈ। ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਢਾਲ ਬਣਾਉਂਦਾ ਹੈ, ਵਧੀਆ ਢਾਲ ਬਣਾਤੀ। ਢਾਲ ਬਣਾਉਂਦਾ ਨਾਲ ਕੀ ਕਰਦਾ ਹੈ, ਬਾਣੀ ਦਾ ਜਾਪ ਕਰਦਾ ਹੈ। ਦੇਖੋ ਭਗਤ ਨਾਮਦੇਵ ਜੀ ਮਹਾਰਾਜ ਜੀ ਕਹਿਣ ਲੱਗੇ, ਜੇ ਤਾਂ ਖੁਸ਼ੀ ਲੈਣੀ ਹੈ ਗੁਰੂ ਦੀ, ਤਾਂ ਕੰਮ ਕੀ ਕਰ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਚਿੱਤ ਉਹ ਜਿਹੜਾ ਪਰਮਾਤਮਾ ਦੇ ਨਾਲ ਜੋੜ ਕੇ ਰੱਖ, ਹੱਥਾਂ ਦੇ ਨਾਲ ਕੰਮ ਕਰੀ ਚੱਲ। ਭਗਤ ਨਾਮਦੇਵ ਜੀ ਕੋਲੇ ਆ ਗਏ ਸਾਧੂ ਇਕੱਠੇ ਹੋ ਕੇ, ਆ ਕੇ ਦੇਖਿਆ ਭਗਤ ਜੀ ਚੰਦੇ ਠਾਕੀ ਜਾਂਦੇ ਨੇ। ਉਹ ਜਦੋਂ ਆ ਕੇ ਭਗਤ ਜੀ ਨੂੰ ਦੇਖਿਆ, ਕਹਿੰਦੇ ਲੈ ਇਹ ਕਿਹੜੇ, ਇਹ ਵੱਡਾ ਭਗਤ ਬਣਿਆ ਫਿਰਦਾ, ਇਹ ਕਦੋਂ ਕਹਿੰਦੇ ਨਾਮ ਜਪਦਾ, ਇਹ ਤਾਂ ਸਾਰਾ ਦਿਨ ਕਾਮ ਕਰਦਾ, ਕੰਮ ਹੀ ਕਰੀ ਜਾਂਦਾ, ਚੰਦੇ ਠਾਕੀ ਜਾਂਦਾ। ਭਗਤ ਨਾਮਦੇਵ ਜੀ ਨੇ ਕਿਹਾ, ਲੋਗਨ ਸਿਓ ਮੇਰਾ ਠਾਠਾ ਬਾਗਾ, ਸਾਚ ਨਾ ਮੇਰਾ ਮਨ ਲਾਗਾ। ਕਹਿੰਦੇ ਉਹ ਤੁਸੀਂ ਮੈਨੂੰ ਕੰਮ ਕਰਦੇ ਨੂੰ ਦੇਖ ਲਿਆ? ਕਹਿੰਦੇ ਹਾਂ। ਕਹਿੰਦੇ ਕੰਮ ਤਾਂ ਹੱਥਾਂ ਨਾਲ ਕਰਨਾ ਹੈ ਮੈਂ, ਪਰ ਪਰਮਾਤਮਾ ਦੀ ਬਾਣੀ ਮੁਖ ਨਾਲ ਪੜ੍ਹਨੀ ਹੈ। ਭਗਤ ਨਾਮਦੇਵ ਜੀ ਨੇ ਬੜੇ ਪਿਆਰ ਦੇ ਵਿੱਚ ਆ ਕੇ ਸ਼ਲੋਕ ਉਚਾਰਨ ਕਰਿਆ। ਕਹਿਣ ਲੱਗੇ ਤੁਸੀਂ ਤਾਂ ਆ ਸ਼ੰਕਾ ਕਰ ਲਈ, ਮੇਰੇ ਉੱਤੇ ਸ਼ੰਕਾ ਨਾ ਕਰੋ, ਗੱਲ ਸੁਣੋ ਮੇਰੀ। ਭਗਤ ਨਾਮਦੇਵ ਜੀ ਕਹਿੰਦੇ, ਚਿੱਤ ਰੱਖੀਏ ਗੁਰਾਂ ਦੇ ਨਾਲ ਜੋੜ ਕੇ, ਹੱਥੀ ਪੈਰੀ ਕੰਮ ਕਰੀਏ। ਚਿੱਤ ਰੱਖੀਏ ਗੁਰਾਂ ਦੇ ਨਾਲ ਜੋੜ ਕੇ, ਹੱਥੀ ਪੈਰੀ ਕੰਮ ਕਰੀਏ। ਰੱਖੀਏ ਗੁਰਾਂ ਦੇ ਨਾਲ ਜੋੜ ਕੇ, ਹੱਥੀ ਪੈਰੀ ਕੰਮ ਕਰੀਏ। ਚਿੱਤ ਰੱਖੀਏ ਗੁਰਾਂ ਦੇ ਨਾਲ ਜੋੜ ਕੇ, ਹੱਥੀ ਪੈਰੀ ਕੰਮ ਕਰੀਏ। ਚਿੱਤ ਰੱਖੀਏ ਗੁਰਾਂ ਦੇ ਨਾਲ ਜੋੜ ਕੇ,
ਹੱਥੀ ਪੈਰੀ ਕੰਮ ਕਰੀਏ। ਚਿੱਤ ਰੱਖੀਏ ਗੁਰਾਂ ਦੇ ਨਾਲ ਜੋੜ ਕੇ, ਹੱਥੀ ਪੈਰੀ ਕੰਮ ਕਰੀਏ। ਚਿੱਤ ਰੱਖੀਏ ਗੁਰਾਂ ਦੇ ਨਾਲ ਜੋੜ ਕੇ, ਹੱਥੀ ਪੈਰੀ ਕੰਮ ਕਰੀਏ। ਰੱਖੀਏ ਗੁਰਾਂ ਦੇ ਨਾਲ ਜੋੜ ਕੇ, ਹੱਥੀ ਪੈਰੀ ਕੰਮ ਕਰੀਏ। ਰੱਖੀਏ ਗੁਰਾਂ ਦੇ ਨਾਲ ਜੋੜ ਕੇ, ਹੱਥੀ ਪੈਰੀ ਕੰਮ ਕਰੀਏ। ਚਿੱਤ ਰੱਖੀਏ ਗੁਰਾਂ ਦੇ ਨਾਲ ਜੋੜ ਕੇ, ਹੱਥੀ ਪੈਰੀ ਕੰਮ ਕਰੀਏ। ਰੱਖੀਏ ਗੁਰਾਂ ਦੇ ਨਾਲ ਜੋੜ ਕੇ, ਹੱਥੀ ਪੈਰੀ ਕੰਮ ਕਰੀਏ। ਚਿੱਤ ਰੱਖੀਏ ਗੁਰਾਂ ਦੇ ਨਾਲ ਜੋੜ ਕੇ, ਹੱਥੀ ਪੈਰੀ ਕੰਮ ਕਰੀਏ। ਭਗਤ ਨਾਮਦੇਵ ਜੀ ਕਹਿੰਦੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਕੰਮ ਤਾਂ ਹੱਥਾਂ ਨਾਲ ਕਰਨਾ ਤੇ ਪਰਮਾਤਮਾ ਦਾ ਨਾਮ ਜੀਭਾਂ ਨਾਲ ਜਪਣਾ। ਜਿਹਬਾ ਜਪ ਗੁਰ ਨਾਉ, ਪਰਮਾਤਮਾ ਦਾ ਨਾਮ ਜੀਭਾਂ ਨਾਲ ਜਪਣਾ ਹੈ। ਤੇ ਉਧਰ ਭਗਤ ਨਾਮਦੇਵ ਜੀ ਕਹਿੰਦੇ ਕੰਮ ਤਾਂ ਹੱਥਾਂ ਨਾਲ ਕਰਨਾ ਹੈ। ਹੱਥਾਂ ਨਾਲ ਕੰਮ ਕਰਦੇ ਨੇ ਤੇ ਮੁਖ ਨਾਲ ਪਰਮਾਤਮਾ ਦਾ ਨਾਮ ਜਪਦੇ ਨੇ। ਹੁਣ ਭਾਈ ਲਾਲ ਚੰਦ ਢਾਲ ਬਣਾਉਂਦਾ ਹੈ। ਢਾਲ ਬਣਾਉਂਦਾ ਵਾਹਿਗੁਰੂ 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 ਕਰਦਾ ਹੈ ਤੇ ਧਿਆਨ ਜਿਹੜਾ ਬਾਜਾਂ ਵਾਲੇ ਦੇ ਚਲਣਾ ਵਿੱਚ ਜੋੜ ਦਿੰਦਾ। ਤੇ ਇਹ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਤਾਰ ਜਿਹੜੀ ਪਹੁੰਚ ਗਈ। ਮਹਾਰਾਜ ਨੂੰ ਪਤਾ ਲੱਗ ਗਿਆ ਭਾਈ ਲਾਲ ਚੰਦ ਢਾਲ ਤਿਆਰ ਕਰੀ ਜਾਂਦਾ ਹੈ ਗੁਰੂ ਘਰ ਵਾਸਤੇ, ਗੁਰੂ ਵਾਸਤੇ। ਬੜਾ ਸਮਾਂ ਲਾਤਾ, ਕਈ ਦਿਨ ਕਈ ਮਹੀਨੇ ਲੱਗੇ ਢਾਲ ਬਣਾਉਣ ਵਾਸਤੇ ਭਾਈ ਲਾਲ ਚੰਦ ਨੂੰ। ਜਿਸ ਵਕਤ ਢਾਲ ਤਿਆਰ ਹੋ ਗਈ, ਘਰ ਵਾਲੀ ਬੀਬੀ ਨੂੰ ਕਹਿੰਦਾ ਹੈ ਮੈਂ ਗੁਰੂ ਜੀ ਨੂੰ ਢਾਲ ਦੇ ਕੇ ਆਉਣੀ ਹੈ ਤੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ। ਘਰ ਵਾਲੀ ਬੀਬੀ ਕਹਿਣ ਲੱਗੀ ਜਾ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਲਿਆ। ਉਹਨਾਂ ਕੋਲੇ ਬਹੁਤੀਆਂ ਖੁਸ਼ੀਆਂ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ ਤੇ ਉਹਦੇ ਵਿੱਚੋਂ ਕਿਣਕਾ ਮਾਤਰ ਵੀ ਦੇਤਾ ਨਾ ਆਪਣਾ ਭਲਾ ਹੋ ਜਾਊਗਾ। ਪਰ ਜਾਈ ਨਿਮਰਤਾ ਨਾਲ, ਗੁਰੂ ਦੇ ਘਰ ਦੇ ਵਿੱਚ ਨਿਮਰਤਾ ਨਾਲ ਜਾਣਾ ਚਾਹੀਦਾ। ਭਾਈ ਲਾਲ ਚੰਦ ਨੇ ਢਾਲ ਚੁੱਕ ਲਈ, ਘਰ ਵਿੱਚ ਤੁਰ ਪਿਆ, ਬੜੀ ਤੇਜ਼ੀ ਨਾਲ ਤੁਰਦਾ ਹੈ। ਮੈਂ ਛੇਤੀ ਦੇਣੇ ਜਾ ਕੇ ਮਹਾਰਾਜ ਨੂੰ ਢਾਲ ਦਿਖਾਵਾਂ ਤੇ ਮੈਂ ਉਹਨਾਂ ਤੋਂ ਖੁਸ਼ੀਆਂ ਲਵਾਂ। ਇੱਧਰ ਮਹਾਰਾਜ ਜੀ ਤਖਤਾਂ ਉੱਤੇ ਬੈਠੇ ਨੇ, ਸੰਗਤ ਬੈਠੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਲਨਾਂ ਦੇ ਵਿੱਚ ਆ ਗਿਆ ਭਾਈ ਲਾਲ ਚੰਦ। ਦਰਬਾਰ ਦੇ ਵਿੱਚ ਆ ਕੇ ਮੱਥਾ ਟੇਕਿਆ। ਕੋਈ ਸੰਗਤ ਨੂੰ ਕੁਝ, ਮਹਾਰਾਜ ਨੂੰ ਕੁਝ ਭੇਟਾ ਕਰੀ ਜਾਂਦਾ, ਕੋਈ ਕੁਝ ਭੇਟਾ ਕਰੀ ਜਾਂਦਾ। ਕੋਈ ਕਹਿੰਦਾ ਸੱਚੇ ਪਾਤਸ਼ਾਹ ਮੇਰੀ ਜ਼ਿੰਦਗਾਨੀ ਕੁਰਬਾਨ ਮੈਂ ਆਪ ਜੀ ਤੋਂ ਕਰਦਾ ਹਾਂ। ਮੇਰਾ ਪੁੱਤਰ ਇੱਕ ਉਹ ਤੁਹਾਡੇ ਲੇਖੇ ਲਾ ਦਿੱਤਾ। ਮਹਾਰਾਜ ਜੀ ਤੁਹਾਡੇ ਵਾਸਤੇ ਕੀਮਤੀ ਘੋੜੇ ਲੈ ਕੇ ਆਏ ਹੈ। ਸੱਚੇ ਪਾਤਸ਼ਾਹ ਸਭ ਨੂੰ ਖੁਸ਼ੀਆਂ ਦੇਈ ਜਾਂਦੇ ਨੇ। ਭਾਈ ਲਾਲ ਚੰਦ ਦੀ ਵਾਰੀ ਆ ਗਈ। ਉਹ ਵੀ ਲੈ ਕੇ ਜਦੋਂ ਢਾਲ ਅੱਗੇ ਹੋ ਗਿਆ ਨਾ, ਜਾ ਕੇ ਮੱਥਾ ਟੇਕਿਆ। ਉਹ ਢਾਲ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹੱਥ ਵਿੱਚ ਫੜਾਤੀ। ਮਹਾਰਾਜ ਆ ਗੈਂਡੇ ਦੇ ਮਾਸ ਦੀ ਢਾਲ ਬਣਾਈ ਹੈ ਮੈਂ। ਮਹਾਰਾਜ ਕਹਿੰਦੇ ਬੜੀ ਸੁੰਦਰ ਹੈ, ਬੜੀ ਨਰੋਈ ਹੈ, ਬੜੀ ਭਾਰੀ ਹੈ, ਬੜੀ ਵੱਡੀ ਹੈ, ਬਹੁਤ ਗੁਣ ਕਰੇ ਮਹਾਰਾਜ ਜੀ ਨੇ। ਕਹਿੰਦੇ ਬੜੀ ਸੁੰਦਰ ਢਾਲ ਬਣਾਈ ਹੈ। ਭਾਈ ਲਾਲ ਚੰਦ ਬੜਾ ਟਾਈਮ ਲਾ ਕੇ, ਹਾਂ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦਾ ਸਦਕਾ ਮੈਂ ਬੜੀ ਮਜ਼ਬੂਤੀ ਨਾਲ ਢਾਲ ਬਣਾਈ ਹੈ। ਤੇ ਇਹ ਦੱਸਦਿਆਂ ਜਦੋਂ ਮਹਾਰਾਜ ਜੀ ਖੁਸ਼ ਹੋ ਗਏ, ਭਾਈ ਲਾਲ ਚੰਦ ਨੇ ਆਖਿਆ ਮੇਰੀ ਢਾਲ ਦੇਖ ਕੇ ਤਾਂ ਬਾਜਾਂ ਵਾਲੇ ਖੁਸ਼ ਹੋ ਗਏ। ਲਓ ਗੁਣ ਵੀ ਦੱਸਦੀ ਇਹਦੇ ਵਿੱਚ। ਮਹਾਰਾਜ ਇਹਦੇ ਵਿੱਚ ਦੀ ਤਲਵਾਰ ਨਹੀਂ ਲੰਘਦੀ। ਮਹਾਰਾਜ ਜੀ ਕਹਿੰਦੇ ਕਿ ਢਾਲ ਵਿੱਚ ਦੀ ਤਲਵਾਰ ਨਹੀਂ ਲੰਘਦੀ ਹੁੰਦੀ। ਸੱਚੇ ਪਾਤਸ਼ਾਹ ਜਿੰਨੀ ਮਰਜ਼ੀ ਕੋਈ ਤਲਵਾਰ ਤੇਜ਼ ਹੋਵੇ ਨਾ, ਤੇਜ਼ ਤੋਂ ਤੇਜ਼ ਵੀ ਹੋਵੇ, ਇਹਦੇ ਵਿੱਚ ਦੀ ਢਾਲ ਦੇ ਵਿੱਚ ਦੀ ਤਲਵਾਰ ਨਹੀਂ ਲੰਘਦੀ। ਦੇਖ ਲਓ ਭਾਵੇਂ ਲੰਘਾ ਕੇ। ਮਹਾਰਾਜ ਬੜੇ ਖੁਸ਼ ਹੋਏ। ਭਾਈ ਲਾਲ ਚੰਦ ਸੱਚ ਹੈ, ਤੂੰ ਸਹੀ ਬੋਲਦਾ ਹੈ, ਤੇਰੀ ਢਾਲ ਵਿੱਚ ਦੀ ਤਲਵਾਰ ਨਹੀਂ ਲੰਘਦੀ। ਮਹਾਰਾਜ ਜੀ ਇਹ ਢਾਲ ਦੇ ਵਿੱਚ ਦੀ ਬਰਛਾ ਵੀ ਨਹੀਂ ਲੰਘਦਾ। ਮਹਾਰਾਜ ਕਹਿਣ ਲੱਗੇ ਨਹੀਂ ਲੰਘਦਾ, ਬੜੀ ਮਜ਼ਬੂਤ ਹੈ। ਇਹਦੇ ਵਿੱਚ ਦੀ ਤੀਰ ਮਾਰੋ ਖਿੱਚ ਕੇ, ਉਹ ਵੀ ਨਹੀਂ ਲੰਘਦਾ, ਤੀਰ ਵੀ ਨਹੀਂ ਲੰਘਦਾ।
ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਨਹੀਂ ਲੰਘਦਾ, ਕਟਾਰ ਵੀ ਨਹੀਂ ਲੰਘਦੀ। ਸਾਰੀਆਂ ਗੱਲਾਂ ਕਰਦਾ ਕਰਦਾ ਵਕਤੇ ਅਖੀਰ ਇੱਕ ਵਾਰੀ ਫਿਰ ਕਹਿ ਬੈਠਾ ਇਹਦੇ ਵਿੱਚ ਦੀ ਗੋਲੀ ਵੀ ਨਹੀਂ ਲੰਘਦੀ। ਜੇ ਕੋਈ ਇਹਦੇ ਵਿੱਚ ਦੀ ਗੋਲੀ ਮਾਰੇ ਨਾ ਬੰਦੂਕ ਦੇ ਵਿੱਚ, ਉਹ ਵੀ ਨਹੀਂ ਇਹਦੇ ਵਿੱਚ ਦੀ ਲੰਘਦੀ। ਮਹਾਰਾਜ ਜੀ ਢਾਲ ਨੂੰ ਇਸ ਤਰ੍ਹਾਂ ਸੱਜੇ ਖੱਬੇ ਕਰੀ ਜਾਂਦੇ। ਜਦੋਂ ਕਿਹਾ ਗੋਲੀ ਨਹੀਂ ਲੰਘਦੀ, ਭਗਾ ਕੇ ਮਾਰੀ। ਚੱਕ, ਉਹ ਕਹਿੰਦੇ ਤੇਰੀ ਢਾਲ ਲੈ ਜਾ, ਮੈਨੂੰ ਤੇਰੀ ਢਾਲ ਨਹੀਂ ਪਸੰਦ ਆਇਆ। ਭਾਈ ਲਾਲ ਚੰਦ ਕਹਿਣ ਲੱਗਿਆ ਮਹਾਰਾਜ ਹੁਣ ਤਾਂ ਤੁਸੀਂ ਬੜਾ ਪਿਆਰ ਕਰਦੇ ਸੀ। ਕਹਿਣ ਲੱਗੇ ਤੂੰ ਬੜਾ ਕੁਝ ਕਹਿ ਦਿੱਤਾ, ਹੌਲੀ ਹੌਲੀ ਮਾਣ ਦਾ ਬੂਟਾ ਤੇਰਾ ਵੱਧਦਾ ਗਿਆ। ਮਾਣ ਮੁਨੀ ਮਨ ਬਰਗਲੇ ਮਾਨ ਸਭੇ ਕੋ ਖਾਏ। ਕਹਿੰਦੇ ਉਹ ਤੇਰੇ ਮਾਣ ਦਾ ਬੂਟਾ ਵੱਧਦਾ ਗਿਆ ਵੱਧਦਾ ਗਿਆ। ਵਕਤੇ ਅਖੀਰ ਕਹਿੰਦੇ ਉਹ ਬੂਟਾ ਵੱਡਾ ਹੋ ਗਿਆ ਤੇ ਉਹ ਮਾਣ ਤੇਰਾ ਗੁਰੂ ਨੂੰ ਨਹੀਂ ਪਾਉਂਦਾ ਹੈ। ਢਾਲ ਤੇਰੀ ਪਸੰਦ ਹੈ, ਪਰ ਢਾਲ ਦੇ ਵਿੱਚ ਜਿਹੜਾ ਮਾਣ ਹੈ ਨਾ ਉਹ ਨਹੀਂ ਸਾਨੂੰ ਚੰਗਾ ਲੱਗਿਆ ਹੈ। ਤੇ ਧੰਨ ਕਲਗੀਧਰ ਪਾਤਸ਼ਾਹ ਮੱਝ ਨੇ ਕਿਹਾ ਭਾਈ ਲਾਲ ਚੰਦ ਗੱਲ ਸੁਣ, ਤੇਰਾ ਮਾਣ ਨਾ ਗੁਰਾਂ ਨੂੰ ਪਾਵੇ, ਵੇਦ ਸਮਝਾਉਂਦੇ ਗਾਵਲਾ। ਤੇਰਾ ਮਾਣ ਨਾ ਗੁਰਾਂ ਨੂੰ ਪਾਵੇ, ਵੇਦ ਸਮਝਾਉਂਦੇ ਗਾਵਲਾ। ਤੇਰਾ ਮਾਣ ਨਾ ਗੁਰਾਂ ਨੂੰ ਪਾਵੇ, ਵੇਦ ਸਮਝਾਉਂਦੇ ਗਾਫਲਾ। ਤੇਰਾ ਮਾਣ ਨਾ ਗੁਰਾਂ ਨੂੰ ਪਾਵੇ, ਵੇਦ ਸਮਝਾਉਂਦੇ ਗਾਫਲਾ। ਤੇਰਾ ਮਾਣ ਨਾ ਗੁਰਾਂ ਨੂੰ ਪਾਵੇ, ਵੇਦ ਸਮਝਾਉਂਦੇ ਗਾਫਲਾ। ਮਾਣ ਨਾ ਗੁਰਾਂ ਨੂੰ ਪਾਵੇ, ਵੇਦ ਸਮਝਾਉਂਦੇ ਗਾਫਲਾ। ਤੇਰਾ ਮਾਣ ਨਾ ਗੁਰਾਂ ਨੂੰ ਪਾਵੇ, ਵੇਦ ਸਮਝਾਉਂਦੇ ਗਾਫਲਾ। ਤੇਰਾ ਮਾਣ ਨਾ ਗੁਰਾਂ ਨੂੰ ਪਾਵੇ, ਵੇਦ ਸਮਝਾਉਂਦੇ ਗਾਫਲਾ। ਮਾਣ ਨਾ ਗੁਰਾਂ ਨੂੰ ਪਾਵੇ, ਵੇਦ ਸਮਝਾਉਂਦੇ ਗਾਫਲਾ। ਤੇਰਾ ਮਾਣ ਨਾ ਗੁਰਾਂ ਨੂੰ ਪਾਵੇ, ਵੇਦ ਸਮਝਾਉਂਦੇ ਗਾਫਲਾ। ਮਾਣ ਨਾ ਗੁਰਾਂ ਨੂੰ ਪਾਵੇ, ਵੇਦ ਸਮਝਾਉਂਦੇ ਗਾਫਲਾ। ਤੇਰਾ ਮਾਣ ਨਾ ਗੁਰਾਂ ਨੂੰ ਪਾਵੇ, ਵੇਦ ਸਮਝਾਉਂਦੇ ਗਾਫਲਾ। ਮਾਣ ਮੁਨੀ ਮਨ ਬਰਗਲੇ ਮਾਣ ਸਭੈ ਕੋ ਖਾਏ। ਕਹਿੰਦੇ ਮਾਣ ਕਿਸੇ ਨੂੰ ਵੀ ਨਹੀਂ ਪਾਉਂਦਾ। ਗੁਰੂ ਦੀ ਗੱਲ ਤਾਂ ਛੱਡੋ, ਮਾਣ ਕਿਸੇ ਨੂੰ ਵੀ। ਕਈ ਬੰਦੇ ਹੁੰਦੇ ਨਾ ਮਾਣ ਦੇ ਵਿੱਚ ਆ ਕੇ ਹੰਕਾਰ ਦੇ ਵਿੱਚ ਬੋਲੀ ਜਾਣਗੇ, ਮੈਂ ਆਹ ਕਰਤਾ, ਮੈਂ ਆਹ ਕਰਤਾ, ਮੈਂ ਆਹ ਕਰਤਾ। ਮਹਾਰਾਜ ਜੀ ਕਹਿਣ ਲੱਗੇ ਇਹ ਗੁਰੂ ਨੂੰ ਨਹੀਂ, ਹੰਕਾਰ ਨਹੀਂ ਪਾਉਂਦਾ ਗੁਰੂ ਨੂੰ। ਗੁਰੂ ਨੂੰ ਕੀ ਪਾਉਂਦਾ? ਨਿਮਰਤਾ ਭਾਵ। ਜਿਹਦੇ ਅੰਦਰ ਨਿਮਰਤਾ ਹੈ, ਮਹਾਰਾਜ ਜੀ ਕਹਿੰਦੇ ਉਹ ਗੁਰੂ ਨੂੰ ਚੰਗਾ ਲੱਗਦਾ ਸਿੱਖ। ਮਾਣ ਇੱਕ ਪਾਸੇ ਛੱਡ ਕੇ ਨਿਮਰਤਾ ਧਾਰਨ ਕਰਕੇ ਗੁਰੂ ਤੋਂ ਲੈ ਜਿਹੜੀ ਚੀਜ਼ ਮਰਜ਼ੀ ਮੰਗ ਲਓ ਉਹੀ ਦੇ ਦੂਗਾ। ਪਰ ਲੋੜ ਅੰਦਰ ਸ਼ਰਧਾ ਤੇ ਭਾਵਨਾ ਦੀ, ਹੰਕਾਰ ਪਾਸੇ ਹੋਵੇ। ਹੰਕਾਰ ਹੀ ਸੀ ਦੁਰਯੋਧਨ ਦੇ ਵਿੱਚ, ਤੇ ਹੰਕਾਰ ਕਰਕੇ ਦੇਖ ਲਓ ਫਿਰ ਮਾਰਿਆ ਗਿਆ। ਭਾਵੇਂ ਸਰੀਰ ਉਹਦਾ ਬੱਜਰ ਦਾ ਸੀ, ਪੱਥਰ ਦਾ ਸਰੀਰ ਸੀ ਦੁਰਯੋਧਨ ਦਾ, ਪਰ ਇੱਕ ਮਾਣ ਨੇ ਮਾਰ ਦਿੱਤਾ। ਉਹਨੂੰ ਹੋ ਗਿਆ ਵੀ ਮੇਰਾ ਸਰੀਰ ਪੱਥਰ ਦਾ ਹੈ। ਮਾਤਾ ਨੇ ਕਿਹਾ ਇਉਂ ਕਰੀ। ਉਹ ਮਾਤਾ ਨੂੰ ਕਹਿੰਦਾ ਵੀ ਜੰਗ ਯੁੱਧ ਹੋਣੇ ਨੇ, ਮਾਤਾ ਕੋਈ ਮੈਨੂੰ ਵਰ ਦੇ ਦਿਓ। ਉਹ ਕਹਿਣ ਦੀ ਅੱਖਾਂ 'ਤੇ ਪੱਟੀ ਬੰਨੀ, ਇਉਂ ਕਰੀ ਬਸਤਰਾਂ ਤੋਂ ਹੀਨ ਹੋ ਕੇ, ਬਸਤਰ ਉਤਾਰ ਕੇ ਸਾਰੇ। ਇਹ ਗੁਰਬਾਣੀ ਵਿੱਚ ਭਗਤ ਨਾਮਦੇਵ ਜੀ ਨੇ ਸ਼ਲੋਕ ਉਚਾਰਨ ਕਰਿਆ। ਮਾਤਾ ਕਹਿੰਦੀ ਇਉਂ ਕਰੀ ਬਸਤਰਾਂ ਤੋਂ ਹੀਨ ਹੋ ਕੇ, ਲਾ ਕੇ ਬਸਤਰ ਜਮਾ ਆ ਜੀ ਮੇਰੇ ਅੱਗੇ। ਕਹਿੰਦੀ ਤੂੰ ਜਿਹੜੇ ਮਰਜ਼ੀ ਜੰਗ ਵਿੱਚ ਚਲਾ ਜਾਈ, ਤੇਰੀ ਹਾਰ ਨਹੀਂ ਹੋਊਗੀ। ਹੁਣ ਬਸਤਰ ਉਤਾਰ ਕੇ ਤੁਰਿਆ ਜਾਂਦਾ ਹੈ। ਪਰਮਾਤਮਾ ਨੇ ਰਸਤੇ ਵਿੱਚ ਖੇਡ ਰਚੀ। ਪੁੱਛਿਆ ਉਹ ਕਿੱਥੇ ਚੱਲਿਆ? ਕਹਿੰਦਾ ਮੈਂ ਆਪਣੀ ਮਾਂ ਕੋਲੇ ਚੱਲਿਆ। ਉਹ ਐਡਾ ਵੱਡਾ ਕਹਿੰਦੇ ਬੁੱਢ ਭਲੇਟ ਹੋ ਗਏ, ਤੂੰ ਮਾਂ ਕੋਲੇ ਜਾਂਦਾ, ਉਹ ਵੀ ਨਗਨ ਹੋ ਕੇ, ਤੇਰੇ ਬਸਤਰ ਨਹੀਂ ਕੋਈ ਪਾਇਆ ਹੋਇਆ।
ਤੇ ਛੋਟਾ ਹੁੰਦਾ ਠੀਕ ਹੈ, ਤੂੰ ਮਾਂ ਕੋਲੇ ਛੋਟਾ ਨਗੇਜ ਦੇਖਿਆ ਤੇਰੀ ਮਾਂ ਨੇ, ਪਰ ਹੁਣ ਤਾਂ ਤੂੰ ਵੱਡਾ ਹੈ। ਇਹ ਗੱਲ ਕਹਿ ਕੇ ਭਾਵ ਕਹਿਣ ਤੋਂ ਪਰਮਾਤਮਾ ਨੇ ਕੋਈ ਵਿਧ ਬਣਾਉਣੀ ਸੀ। ਕਹਿੰਦੇ ਰਸਤੇ ਵਿੱਚ ਜਾਂਦੇ ਜਾਂਦੇ ਉਹਨੇ ਕੇਲਿਆਂ ਦੇ ਪੱਤੇ ਬੰਨ੍ਹ ਲਏ ਤੇ ਮਾਂ ਦੇ ਸਾਹਮਣੇ ਜਦੋਂ ਜਾ ਕੇ ਗਿਆ, ਮਾਂ ਨੇ ਅੱਖਾਂ ਤੋਂ ਪੱਟੀ ਖੋਲ੍ਹੀ, ਦੇਖਿਆ ਸਰੀਰ ਉਹਦਾ ਬੱਜਰ ਦਾ ਬਣ ਗਿਆ, ਪੱਥਰ ਦਾ ਸਰੀਰ ਬਣ ਗਿਆ, ਜਿਹਨੂੰ ਗੁਰਬਾਣੀ ਵਿੱਚ ਭਗਤ ਨਾਮਦੇਵ ਜੀ ਮਹਾਰਾਜ ਜੀ ਕਹਿੰਦੇ ਉਹਦਾ ਅੱਧਾ ਸਰੀਰ ਤਾਂ ਬਣ ਗਿਆ ਬੱਜਰ ਦਾ, ਪੱਥਰ ਦਾ, ਤੇ ਅੱਧਾ ਸਰੀਰ ਉਹਦਾ ਰਿਹਾ ਮਾਸ ਦਾ। ਜੰਗ ਯੁੱਧ ਹੋਏ, ਜਦੋਂ ਨਾ ਉਹ ਜਿਹੜਾ ਉਹ ਜਿੱਤਿਆ ਗਿਆ, ਫਿਰ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਨੇ ਇਸ਼ਾਰਾ ਕਰਕੇ ਆਖਿਆ ਵੀ ਇਸ ਜਗ੍ਹਾ ਉੱਤੇ ਮਾਰ ਜਿਹੜੀ ਉਹ ਗਦਾ ਮਾਰੀ ਤੇ ਉਹ ਮਰ ਗਿਆ। ਕਹਿਣ ਤੋਂ ਭਾਵ ਉਹਨੂੰ ਚੱਕਿਆ ਨਹੀਂ ਫਿਰ ਕਿਸੇ ਨੇ ਜੰਗ ਯੁੱਧ ਦੇ ਵਿੱਚੋਂ। ਕਿਹਾ ਵੀ ਬੱਜਰ ਦਾ ਸਰੀਰ ਇਹਦਾ ਕੀ ਸੰਸਕਾਰ ਕਰਾਂਗੇ। ਤੇ ਫਿਰ ਭਗਤ ਨਾਮਦੇਵ ਜੀ ਮਹਾਰਾਜ ਦੇ ਪਾਵਨ ਬਾਣੀ ਦਾ ਸ਼ਲੋਕ ਹੈ, ਕਹਿੰਦੇ ਵਿਰਨਾ ਉਹ ਦੇਹੀ ਗਿਰਜ ਨਾ ਖਾਈ, ਦੇਹੀ ਗਿਰਜ ਨਾ ਖਾਈ। ਕਹਿੰਦੇ ਜਿਹੜਾ ਸਰੀਰ ਉਹਦਾ ਬੱਜਰ ਦਾ ਸੀ ਉਹ ਤਾਂ ਨਹੀਂ ਖਾਧਾ ਗਿਰਜਾਂ ਨੇ, ਜਿਹੜਾ ਥੋੜ੍ਹਾ ਜਿਹਾ ਮਾਸ ਦਾ ਸਰੀਰ ਸੀ ਨਾ ਉਹ ਗਿਰਜਾਂ ਨੇ ਖਾ ਲਿਆ ਸਾਰਾ। ਉਹਦਾ ਅੱਧੀ ਦੇਹੀ ਰੁਲ ਗਈ ਉਹਦੀ ਉਸੇ ਤਰ੍ਹਾਂ ਹੀ ਪਈ, ਤੇ ਅੱਧੀ ਦਿਉਰੀ ਜਿਹੜੀ ਹੈ ਨਾ ਉਹਦੀ ਗਿਰਜਾਂ ਨੇ ਖਾ ਲਈ। ਕੁਝ ਗਿਰਜਾਂ ਨੇ ਖਾ ਲਈ ਤੇ ਕੁਝ ਰਹਿ ਗਈ। ਭਾਵ ਇੱਕ ਮਾਣ ਹੰਕਾਰ ਸੀ ਉਹਨੂੰ ਇੰਨਾ ਵੀ ਮੈਨੂੰ ਕੋਈ ਜਿੱਤਣ ਵਾਲਾ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਬੜੇ ਪਿਆਰ ਵਿੱਚ ਆ ਕੇ ਵੀ ਇਹ ਜਿਹੜਾ ਮਾਣਨ ਇਹ ਕੇਵਲ ਤੇ ਕੇਵਲ ਗੁਰੂ ਨੂੰ ਨਹੀਂ ਪਾਉਂਦਾ ਹੈ। ਗੁਰੂ ਨੂੰ ਕੀ ਪਾਉਂਦਾ ਹੈ? ਗੁਰੂ ਨੂੰ ਇੱਕ ਪ੍ਰੇਮ ਪਾਉਂਦਾ ਹੈ। ਢਾਲ ਭਗਾ ਕੇ ਮਾਰੀ ਮਹਾਰਾਜ ਨੇ ਕਹਿੰਦੇ ਲੈ ਜਾਓ ਚੱਕਿਆ ਬਦੀ ਢਾਲ। ਦੇਖ ਕੇ ਇੱਕੇ ਲਗਤ ਭੈ ਮਨ ਹੋ ਗਿਆ, ਮੈਂ ਇੰਨੇ ਪ੍ਰੇਮ ਨਾਲ ਬਣਾ ਕੇ ਲੈ ਕੇ ਆਇਆ ਤੇ ਮਹਾਰਾਜ ਨੇ ਭਗਾ ਕੇ ਮਾਰੀ ਮੇਰੀ ਢਾਲ। ਜਾ ਲੈ ਜਾ, ਮੈਨੂੰ ਨਹੀਂ ਲੋੜ ਤੇਰੀ ਢਾਲ ਦੀ। ਸਤਿਗੁਰੂ ਜੀ ਕਹਿਣ ਲੱਗੇ ਤੇਰੀ ਢਾਲ ਚੰਗੀ ਸੀ, ਪਰ ਤੇਰੇ ਅੰਦਰ ਹੰਕਾਰ ਦਾ ਬੂਟਾ ਪੈਦਾ ਹੋ ਗਿਆ। ਤੇ ਜਦੋਂ ਤੂੰ ਆਇਆ ਢਾਲ ਲੈ ਕੇ, ਮੈਨੂੰ ਤੇਰੀ ਚਾਲ ਵੀ ਨਹੀਂ ਵਧੀਆ ਲੱਗੀ। ਉਦੋਂ ਤੇਰੀ ਚਾਲ ਵਿੱਚ ਵੀ ਫਰਕ ਸੀ। ਉਦੋਂ ਤੂੰ ਕਹਿਣਾ ਸੀ ਮੈਂ ਢਾਲ ਬਣਾਈ ਹੈ। ਜਦੋਂ ਮਨੁੱਖ ਤੁਰਨ ਵਿੱਚ ਫਰਕ ਹੈ। ਜਦੋਂ ਕਿਤੇ ਮਨੁੱਖ ਦੇ ਵਿੱਚ ਖੁਸ਼ੀ ਦੀ ਲਹਿਰ ਹੋਵੇ ਉਦੋਂ ਮਨੁੱਖ ਕਿਵੇਂ ਤੁਰਦਾ ਹੈ, ਜਦੋਂ ਕਿਤੇ ਮਨੁੱਖ ਆਪਣੀ ਮਸਤੀ ਵਿੱਚ ਹੋਵੇ ਉਦੋਂ ਕਿਵੇਂ ਤੁਰਦਾ ਹੈ, ਜਦੋਂ ਮਨੁੱਖ ਕਿਸੇ ਨਾਲ ਲੜਿਆ ਹੋਵੇ ਤੇ ਉਦੋਂ ਦੇਖੋ ਮਨੁੱਖ ਦੀ ਤੋਰ ਵਿੱਚ ਕਿੰਨਾ ਫਰਕ ਹੁੰਦਾ, ਉਦੋਂ ਕਿਵੇਂ ਤੇਜ਼ੀ ਨਾਲ ਤੁਰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਬਈ ਜਦੋਂ ਆਇਆ ਸੀ ਉਦੋਂ ਤੇਰੇ ਵਿੱਚ ਹੰਕਾਰ ਸੀ, ਹੰਕਾਰ ਦੇ ਵਿੱਚ ਤੂੰ ਇਸ ਤਰ੍ਹਾਂ ਘਮੰਡ ਦੇ ਵਿੱਚ ਤੁਰਦਾ ਸੀ। ਮੈਂ ਢਾਲ ਬਣਾ ਕੇ ਲਿਆਇਆ, ਤੇਰੇ ਅੰਦਰ ਮੈਂ ਸੀ, ਤੇ ਅੱਜ ਉਹ ਤੇਰੀ ਢਾਲ ਮੈਨੂੰ ਪਸੰਦ ਸੀ ਜ਼ਰੂਰ, ਪਰ ਇੱਕ ਤੇਰੀ ਚਾਲ ਤੇ ਇੱਕ ਤੇਰਾ ਹੰਕਾਰ, ਇਹ ਦੋ ਚੀਜ਼ਾਂ ਮੈਨੂੰ ਪਸੰਦ ਨਹੀਂ ਆਈਆਂ। ਜਾ ਲੈ ਜਾ ਢਾਲ ਮੋੜ ਕੇ ਆਪਣੀ। ਅੜ ਕੇ ਖੜ ਗਿਆ, ਕਹਿਣ ਲੱਗੇ ਇਹਦੇ ਵਿੱਚ ਦੀ ਗੋਲੀ ਨਹੀਂ ਲੰਘਦੀ, ਹੋਰ ਸ਼ਸਤਰ ਵੀ ਨਹੀਂ ਇਹਦੇ ਵਿੱਚ ਦੀ ਕੋਈ ਲੰਘ ਸਕਦਾ। ਮੱਝ ਕਹਿੰਦੇ ਗੋਲੀ ਲੰਘ ਜੂਏ ਨਾ ਤੂੰ ਹੰਕਾਰ ਵਿੱਚ ਬੋਲ। ਨਹੀਂ ਸੱਚੇ ਪਾਤਸ਼ਾਹ ਪਤਾ ਮੈਂ ਕਿੰਨੀ ਮਿਹਨਤ ਕਰੀ ਹੈ। ਮਹਾਰਾਜ ਕਹਿਣ ਲੱਗੇ ਚੰਗਾ ਇਹਦੇ ਵਿੱਚ ਦੀ ਅਸੀਂ ਗੋਲੀ ਲੰਘਾ ਕੇ ਦਿਖਾਵਾਂਗੇ ਤੈਨੂੰ, ਇਹਨੂੰ ਹੋਰ ਜਿਹੜੀ ਤਕੜੀ ਕਰ ਲਾ, ਜਿਹੜਾ ਕੁਝ ਲਾਉਣਾ ਲਾ ਲਾ। ਤੈਨੂੰ 8 ਦਿਨ ਹੋਰ ਦਿੱਤੇ, ਕੇਵਲ 8 ਦਿਨ। 8 ਦਿਨ ਇਹਨੂੰ ਹੋਰ ਜਿੰਨੀ ਮਰਜ਼ੀ ਢਾਲ ਨੂੰ ਤਕੜੀ ਕਰ ਲਿਆ, ਫਿਰ ਆ ਜੀ, ਫਿਰ ਅਸੀਂ ਦਿਖਾਵਾਂਗੇ ਤੈਨੂੰ ਵੀ ਗੋਲੀ ਲੰਘਦੀ ਹੈ ਜਾਂ ਨਹੀਂ ਲੰਘਦੀ। ਹੁਣ ਜਦੋਂ ਲੈ ਕੇ ਆਇਆ ਦਰਬਾਰ ਵਿੱਚ, ਆਪਣੇ ਘਰ ਤੋਂ ਗੁਰੂ ਕੇ ਦਰਬਾਰ ਤਿੱਕਰ ਉਹਨੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਜਿਹੜਾ ਸਫ਼ਰ ਸੀ ਉਹ ਤੈਅ ਕਰ ਦਿੱਤਾ। ਪਰ ਜਦੋਂ ਹੁਣ ਮੁੜ ਕੇ ਗਿਆ, ਜਿਹੜਾ ਉਹ ਪੈਂਡਾ ਰਸਤਾ ਥੋੜ੍ਹਾ ਸੀ, ਪਰ ਹੁਣ ਜਿਹੜਾ ਲੰਘਣ ਵਿੱਚ ਸਮਾਂ ਬਹੁਤ ਲੱਗ ਗਿਆ। ਕਿਉਂਕਿ ਜਦੋਂ ਭਰੇ ਦਰਬਾਰ ਵਿੱਚ ਗੁਰੂ ਜੀ ਨੇ ਕਹਿ ਦਿੱਤਾ ਤੇਰੀ ਢਾਲ ਸਾਨੂੰ ਪਸੰਦ ਨਹੀਂ ਹੈ, ਭਰੇ ਦਰਬਾਰ ਵਿੱਚ ਨੀਵੀਂ ਪੈ ਗਈ ਭਾਈ ਲਾਲ ਚੰਦ ਜੀ। ਉਹ ਕਿੱਥੇ ਤਾਂ ਮੈਨੂੰ ਇੱਥੇ ਖੁਸ਼ੀ ਮਿਲਣੀ ਸੀ ਗੁਰੂ ਕੇ ਦਰਬਾਰ ਵਿੱਚੋਂ, ਤੇ ਅੱਜ ਗੁਰੂ ਕੇ ਦਰਬਾਰ ਵਿੱਚੋਂ ਇਹ ਗੱਲ ਕਹਿ ਦਿੱਤੀ ਤੇਰੀ ਢਾਲ ਮੈਨੂੰ ਪਸੰਦ ਨਹੀਂ, ਜਾ ਲੈ ਜਾ ਮੋੜ ਕੇ। ਹੁਣ ਭਾਈ ਲਾਲ ਚੰਦ ਤੁਰਿਆ ਜਾਂਦਾ ਹੈ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਹੁਣ ਮੈਂ ਢਾਲ ਨੂੰ ਕੁਛ ਨਹੀਂ ਕਰਦਾ, ਕੁਛ ਵੀ। ਇਸੇ ਤਰ੍ਹਾਂ ਜਦੋਂ ਆਪਣੇ ਘਰ ਦੇ ਵਿੱਚ ਪਹੁੰਚਿਆ, ਬੜਾ ਸਮਾਂ ਲੱਗ ਗਿਆ ਉਹਨੂੰ, ਹੌਲੀ ਹੌਲੀ ਤੁਰਦਾ ਜਾਂਦਾ ਹੈ। ਤੇ ਭਾਈ ਲਾਲ ਚੰਦ ਜਦੋਂ ਆਪਣੇ ਘਰ ਪਹੁੰਚਿਆ, ਘਰ ਵਾਲੀ ਬੀਬੀ ਕਹਿਣ ਲੱਗੀ ਕਿਉਂ
ਇਹ ਢਾਲ ਮੋੜ ਲਿਆ ਆ, ਮਹਾਰਾਜ ਨੂੰ ਦੇ ਕੇ ਨਹੀਂ ਆਇਆ। ਮਹਾਰਾਜ ਕੀ ਕਹਿੰਦੇ? ਮਹਾਰਾਜ ਨੇ ਜਵਾਬ ਦੇ ਦਿੱਤਾ। ਭਾਈ ਲਾਲ ਚੰਦ ਕਹਿਣ ਲੱਗਿਆ, ਢਾਲ ਤਾਂ ਮਹਾਰਾਜ ਨੂੰ ਪਸੰਦ ਆ ਗਈ ਸੀ, ਪਰ ਇੱਕ ਮੇਰੀ ਚਾਲ ਤੇ ਇੱਕ ਮੇਰਾ ਹੰਕਾਰ, ਇਹ ਦੋ ਚੀਜ਼ਾਂ ਗੁਰੂ ਨੂੰ ਪਸੰਦ ਨਹੀਂ ਆਈਆਂ। ਘਰ ਵਾਲੀ ਬੀਬੀ ਕਹਿਣ ਲੱਗੀ, ਤੈਂ ਕੀ ਬੋਲਤਾ ਇਹੋ ਜਿਹਾ? ਮੈਂ ਕਹਿ ਦਿੱਤਾ ਸੱਚੇ ਪਾਤਸ਼ਾਹ, ਇਹਦੇ ਵਿੱਚ ਦੀ ਤਲਵਾਰ ਨਹੀਂ ਲੰਘਦੀ, ਬਰਸ਼ਾ ਨਹੀਂ ਲੰਘਦਾ, ਤੀਰ ਕਮਾਨ ਨਹੀਂ ਲੰਘਦਾ, ਇਹਦੇ ਵਿੱਚ ਖੰਜਰ ਨਹੀਂ ਲੰਘਦਾ। ਮੈਂ ਵਕਤੇ ਖੀਰੇ ਕਹਿ ਬੈਠਾ, ਇਹਦੇ ਵਿੱਚ ਦੀ ਗੋਲੀ ਵੀ ਨਹੀਂ ਲੰਘਦੀ। ਉਹ ਘਰ ਵਾਲੀ ਬੀਬੀ ਕਹਿਣ ਲੱਗੀ, ਓਏ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਤਾਂ ਉੱਚਾ ਬੋਲ ਦਿੱਤਾ? ਕਹਿੰਦੇ ਹਾਂ। ਫਿਰ ਤੂੰ ਕਹਿ ਦੇਣਾ ਸੀ ਮਹਾਰਾਜ ਜੀ ਤੁਹਾਡਾ ਹੁਕਮ ਹੈ। ਨਹੀਂ। ਭਾਈ ਲਾਲ ਚੰਦ ਫੇਰ ਰੜਿਆ ਪਿਆ, ਉਹ ਮੇਰੀ ਢਾਲ ਦੇ ਵਿੱਚ ਦੀ ਗੋਲੀ ਵੀ ਨਹੀਂ ਲੰਘ ਸਕਦੀ। ਹੁਣ ਢਾਲ ਉੱਚੀ ਜਗ੍ਹਾ ਰੱਖ ਦਿੱਤੀ। ਬਸ ਅਰਦਾਸ ਬੇਨਤੀ ਕਰਦਾ, ਸੱਚੇ ਪਾਤਸ਼ਾਹ ਮੇਰੀ ਢਾਲ ਵਿੱਚ ਗੋਲੀ ਨਾ ਲੰਘੇ, ਬਾਕੀ ਹੋਰ ਜਿਹੜਾ ਕੁਝ ਮਰਜ਼ੀ ਹੋ ਜਾਵੇ। ਭਾਈ ਲਾਲ ਚੰਦ ਬਾਰ-ਬਾਰ ਅਰਦਾਸਾਂ ਬੇਨਤੀਆਂ ਕਰਦਾ। ਹੁਣ ਗੁਰੂ ਕਾ ਸਿੱਖ ਮਿਲਿਆ, ਪੁੱਛਿਆ, ਭਾਈ ਲਾਲ ਚੰਦ ਤੈਨੂੰ ਮਹਾਰਾਜ ਨੇ ਕਿਹਾ ਸੀ ਢਾਲ ਨੂੰ ਹੋਰ ਕਾਇਮ ਕਰ ਲਈ? ਉਹ ਕਹਿਣ ਲੱਗਿਆ, ਢਾਲ ਤਾਂ ਮੇਰੀ ਕਾਇਮ ਹੈ, ਪਰ ਮੈਨੂੰ ਹੁਣ ਕੋਈ ਨਾ ਕੋਈ ਐਸੀ ਰਾਹ ਪਾ ਦਿਓ ਜਿਸ ਕਰਕੇ ਮੈਂ ਗੁਰੂ ਦੇ ਚਰਨਾਂ ਵਿੱਚ ਦੁਆਰੇ ਫੇਰ ਢਾਲ ਲੈ ਕੇ ਪਹੁੰਚ ਜਾਵਾਂ। ਤੇ ਭਾਈ ਲਾਲ ਚੰਦ ਨੂੰ ਫਿਰ ਕਿਸੇ ਨੇ ਕਿਹਾ, ਇਉਂ ਕਰ ਤੂੰ ਫਿਰ ਅਰਦਾਸ ਕਰ ਗੁਰੂ ਦੇ ਚਰਨਾਂ ਵਿੱਚ, ਅਰਜੇ ਦਾਸ, ਦਾਸ ਬਣ ਕੇ ਅਰਦਾਸ ਕਰਕੇ ਦੇਖ। ਅੱਖਰ ਗਿਣ ਕੇ ਨਹੀਂ ਬਹੁਤੇ। ਅੱਜ ਤਾਂ ਸਾਡਾ ਇਹੋ ਹੀ ਬਹੁਤਾ ਬਖੇੜਾ ਪਿਆ ਹੋਇਆ। ਕੋਈ ਕਹਿੰਦਾ ਜੀ ਇਹ ਅਰਦਾਸ ਬੁੱਢੇ ਦਲ ਵਾਲਿਆਂ ਦੀ ਹੈ, ਕੋਈ ਕਹਿੰਦਾ ਅਰਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ। ਸਾਡਾ ਪੰਥ ਇੱਕ ਨਹੀਂ ਹੋਇਆ ਅੱਜ ਤੱਕ। ਪੰਥ ਵਿੱਚ ਸ਼ਕਤੀ ਬੜੀ ਹੈ, 95% ਕੁਰਬਾਨੀਆਂ ਸਾਡੀਆਂ ਨੇ, ਪਰ ਅੱਜ ਸਾਡਾ ਪੰਥ ਇੱਕ ਪਲੇਟਫਾਰਮ 'ਤੇ ਇਕੱਠਾ ਨਹੀਂ ਹੋ ਰਿਹਾ। ਮੂਲ ਮੰਤਰ ਦਾ ਸਾਡਾ ਰੌਲਾ ਹੈ, ਅਰਦਾਸ ਦਾ ਸਾਡਾ ਰੌਲਾ ਹੈ। ਜਦੋਂ ਵੀ ਬੜੇ ਉਧਰ ਨਾਮਦੇਵ ਦੇ ਗੁਰਦੁਆਰੇ ਸੀ, ਉਧਰ ਪੜ੍ਹਿਆ ਲਿਖਿਆ ਸੀ ਆਪਦੇ ਆਪ ਨੂੰ ਬਾਹਲਾ, ਉਹ ਕਹਿੰਦਾ ਜੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਉਹ ਅਰਦਾਸ ਹੋਣੀ ਚਾਹੀਦੀ ਹੈ। ਫਿਰ ਇੱਕ ਮਿਲਿਆ, ਉਹ ਕਹਿੰਦਾ ਜੀ ਜਿਹੜੀ ਦਮਦਮੀ ਟਕਸਾਲ ਦੀ ਅਰਦਾਸ ਉਹ ਹੋਣੀ ਚਾਹੀਦੀ ਹੈ। ਬੜੇ ਮਿਲੇ ਕਿ ਕੋਈ ਡੱਡੀ ਬਾਹ ਸਾਡਾ ਇਹੋ ਜਿਹੇ ਬੰਦਿਆਂ ਨੇ ਬਾਹ ਪੈਂਦਾ। ਤੇ ਕਿਸੇ ਨੇ ਨਹੀਂ ਵੀ ਕਿਹਾ ਵੀ ਜਿਹੜੀ ਗੁਰੂ ਦੀ ਅਰਦਾਸ ਹੈ ਉਹ ਹੋਣੀ ਚਾਹੀਦੀ ਹੈ, ਕਲਗੀਧਰ ਪਾਤਸ਼ਾਹ ਮਹਾਰਾਜ ਦੀ ਅਰਦਾਸ ਹੈ ਉਹ ਹੋਣੀ ਚਾਹੀਦੀ ਹੈ। ਕਿਸੇ ਨੇ ਕਿਹੜੀ ਟਕਸਾਲ ਦੀ ਦੱਸੀ? ਅੱਜ ਅਸੀਂ ਟਕਸਾਲਾਂ ਦੇ ਵਿੱਚ ਵੰਡੇ ਪਏ ਹਾਂ। ਅੱਜ ਗੁਰੂ ਦਾ ਨਹੀਂ ਕੋਈ ਕਹਾ ਕੇ ਰਾਜੀ। 4 ਬੰਦੇ ਇਕੱਠੇ ਕਰੇ, ਉਸੇ ਵਕਤ ਅਸੀਂ ਆਪਣੀ ਜਥੇਬੰਦੀ ਬਣਾ ਲਈ। 4 ਗ੍ਰੰਥੀ ਇਕੱਠੇ, ਉਹਨਾਂ ਨੇ ਆਪਣੀ ਗ੍ਰੰਥੀ ਸਭਾ ਬਣਾ ਲਈ। ਪਰ ਗੁਰੂ ਸਭਾ ਜਾਂ ਗੁਰੂ ਗ੍ਰੰਥ ਸਭਾ ਜਾਂ ਪੰਥ ਸਭਾ ਕੋਈ ਨਹੀਂ ਬਣਾਉਂਦਾ। ਸਭ ਆਪੋ ਆਪਣੀ ਜਿਹੜੀ ਹੈ ਨਾ ਉਹ ਬਾਜੇ ਵਜਾਉਂਦੇ ਫਿਰਦੇ ਆ। ਕੋਈ ਕਹਿੰਦਾ ਮੇਰਾ ਇੱਧਰ ਨੂੰ ਵੱਜੇ, ਕੋਈ ਕਹਿੰਦਾ ਮੇਰਾ ਇੱਧਰ ਨੂੰ ਵੱਜੇ। ਪਰ ਗੁਰੂ ਦੇ ਚਰਨਾਂ ਵਿੱਚ ਅਰਦਾਸ ਭਿੱਜ ਕੇ ਕਿਤੇ ਮਨੋ ਹੋ ਜਾਵੇ। ਸੱਚੇ ਪਾਤਸ਼ਾਹ ਕਹਿੰਦੇ ਫਿਰ ਅਰਦਾਸ ਗੁਰੂ ਦੇ ਚਰਨਾਂ ਵਿੱਚ ਮਨਜ਼ੂਰ ਹੋ ਜਾਂਦੀ ਹੈ। ਜੇ ਕਿਤੇ ਅੱਖਰ ਗਿਣਨ ਦੇ ਵਿੱਚ ਹੀ ਰਵੇ ਮਨੁੱਖ ਵੀ, ਕਿਤੇ ਆ ਵੀ ਅੱਖਰ ਨਾ ਰਹਿ ਜੇ, ਕਿਤੇ ਆ ਵੀ ਅੱਖਰ ਨਾ ਰਹਿ ਜੇ, ਫਿਰ ਉਹਦੇ ਵਿੱਚ ਆਪਣੀ ਮੱਤ ਆ ਗਈ। ਤੇ ਜੇ ਕਿਤੇ ਇਸ ਲੋਟ ਹੋ ਜਾਵੇ, ਜਿਵੇਂ ਬਾਬਾ ਤਰ ਸਿੰਘ ਮਹਾਰਾਜ ਜੀ ਰਾਜੋ ਮਾਜਰਾ ਪਿੰਡ ਹੈ ਧੂਰੀ ਕੋਲੇ, ਜਦੋਂ ਉਹ ਰਾਜੋ ਮਾਜਰੇ ਪਿੰਡ ਦੇ ਵਿੱਚ ਬਾਬਾ ਜੀ ਦਾ ਦੀਵਾਨ ਸੀ, ਬਾਬਾ ਤਰ ਸਿੰਘ ਮਹਾਰਾਜ ਜੀ ਦਾ, ਸਮਾਪਤੀ ਹੋ ਗਈ। ਅਰਦਾਸ ਕਰਨ ਵਾਸਤੇ ਇੱਕ ਸਿੰਘ ਨੂੰ ਇਸ਼ਾਰਾ ਕਰ ਦਿੱਤਾ। ਉਹ ਵਿਚਾਰਾ ਅਨਪੜ੍ਹ ਸੀ, ਮੇਰੇ ਵਰਗਾ ਜਮਾ। ਜਦੋਂ ਅਰਦਾਸ ਕਰਨ ਲੱਗ ਗਿਆ 10 ਗੁਰੂਆਂ ਤੇ ਕਰੋ ਨੇ ਲਿਖਤਾ, ਉਸ ਤੋਂ ਬਾਅਦ ਅੱਖਾਂ ਮੀਚ ਕੇ ਖੜ ਗਿਆ, ਕੁਛ ਵੀ ਨਾ ਬੋਲਿਆ। 2-3 ਮਿੰਟ ਬਾਬਾ ਜੀ ਵੇਖੀ ਗਏ ਖੜੇ। ਬਖਤੇ ਅਖੀਰ ਬਾਬਾ ਜੀ ਕਹਿੰਦੇ, ਕਹਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮੱਥਾ ਟੇਕ ਕੇ ਅਰਦਾਸ ਕਰਕੇ ਉਹਨੇ ਜਕਾਰਾ ਛੱਡ ਦਿੱਤਾ। ਬਾਬਾ ਜੀ ਕਹਿਣ ਲੱਗੇ, ਇਹ ਵੀ ਗੁਰੂ ਨੂੰ ਪ੍ਰਵਾਨ ਹੋ ਗਈ ਤੇਰੀ ਅਰਦਾਸ, ਇਹ ਵੀ ਗੁਰੂ ਨੂੰ ਇੱਕ ਪ੍ਰਵਾਨ ਹੋ ਗਈ ਹੈ। ਚਲੋ ਤੂੰ ਪਿਆਰ ਦੇ ਵਿੱਚ ਭਿੱਜ ਕੇ ਤਾਂ ਡਰ ਤਾਂ ਗਿਆ ਨਾ ਤੂੰ ਮਹਾਰਾਜ ਤੋਂ, ਤੇਰੇ ਮਨ ਦੇ ਵਿੱਚ ਭੈ ਤਾਂ ਆ ਗਿਆ ਵੀ ਮੈਂ ਅੱਗੇ ਕੀ ਕਹਾਂ, ਮੇਰੇ ਸਾਹਮਣੇ ਗੁਰੂ ਜੀ ਖੜੇ ਨੇ, ਹੁਣ ਮੈਥੋਂ ਅੱਗੇ ਬੋਲਿਆ ਨਹੀਂ ਜਾਂਦਾ। ਤੇ ਜਿਹੜਾ ਹੋਊਗਾ ਬੰਦਾ ਅੱਖਰ ਗਿਣਨ ਵਾਲਾ ਹੰਕਾਰੀ ਬੰਦਾ ਹੋਊਗਾ, ਉਹ ਗਿਣ ਗਿਣ ਕੇ ਦੱਸੂਗਾ ਮੈਂ ਆ ਵੀ ਦੱਸਦਾ, ਆ ਵੀ ਦੱਸਦਾ, ਆ ਵੀ ਦੱਸਦਾ। ਮਹਾਰਾਜ ਜੀ ਕਹਿੰਦੇ ਅਸਲ ਅਰਦਾਸ ਤਾਂ ਉਹੀ ਹੈ ਜਿਹੜੇ ਗੁਰੂ ਦੀ ਭੈ ਦੇ ਵਿੱਚ ਹੋ ਜਾਵੇ। ਹੁਣ ਸਿੱਖ ਕਹਿਣ ਲੱਗਿਆ,
ਉਹ ਕਿਰਪਾ ਕਰ ਦਿਓ ਮੈਨੂੰ ਕੋਈ ਜੁਗਤੀ ਦੱਸ ਦਿਓ। ਉਹ ਕਹਿਣ ਲੱਗੇ ਜੁਗਤੀ ਬਸ ਇਹੀ ਹੈ, ਤੂੰ ਨਾ ਹੁਣ ਆਪਣੇ ਘਰ ਲਿਆ ਕੇ ਗੁਰੂ ਕੇ ਸਿੱਖਾਂ ਨੂੰ ਪ੍ਰਸ਼ਾਦ ਬਣਾ ਕੇ ਭੋਜਨ ਬਣਾ ਕੇ 5 ਸਿੱਖਾਂ ਨੂੰ ਛਕਾ ਦੇ, ਉਹਨਾਂ ਨੂੰ ਕਹਿ ਅਰਦਾਸ ਕਰ ਦਿਓ ਤੇਰੀ ਅਰਦਾਸ ਗੁਰੂ ਦੇ ਚਰਨਾਂ ਵਿੱਚ ਮਨਜ਼ੂਰ ਹੋ ਜਾਵੇ। ਹੁਣ ਭਾਈ ਲਾਲ ਚੰਦ ਹਰੇਕ ਸਿੱਖ ਕੋਲੇ ਜਾ ਕੇ ਕਹਿੰਦਾ ਉਹ ਕਿਰਪਾ ਕਰ ਦਿਓ ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਸਾਹਿਬ ਮਿਲਾ ਦੇ, ਮੈਨੂੰ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਸਾਹਿਬ ਮਿਲਾ ਦੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਸਾਹਿਬ ਮਿਲਾ ਦੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ। ਕੋਈ ਬਣ ਕੇ ਵਿਚੋਲਾ ਜੀ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਸਾਹਿਬ ਮਿਲਾ ਦੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਸਾਹਿਬ ਮਿਲਾ ਦੇ। ਭਾਈ ਲਾਲ ਚੰਦ ਮਨ ਵਿੱਚ ਤੜਫ ਹੋ ਗਈ, ਬਸ ਸਮਝ ਲਓ ਅਰਦਾਸ ਹੈ ਇਹ। ਜਦੋਂ ਮਨ ਵਿੱਚ ਤੜਫ ਹੋ ਜਾਂਦੇ ਵੀ ਨਾ ਵੀ ਮੈਂ ਗੁਰੂ ਨੂੰ ਮਿਲਣਾ ਹੈ, ਤੇ ਫਿਰ ਸਮਝ ਲਓ ਜਿਵੇਂ ਆਪਾਂ ਘਰ ਵਿੱਚ ਕਹਿੰਦੇ ਆ ਵੀ ਕਿਸੇ ਰਿਸ਼ਤੇਦਾਰ ਨੂੰ ਯਾਦ ਕਰੀ ਜਾਈਏ ਉਹ ਅਚਨਚੇਤ ਆ ਜਾਵੇ ਕਿਤੇ, ਫਿਰ ਆਪਾਂ ਕਹਿੰਦੇ ਲੈ ਤੈਨੂੰ ਤਾਂ ਹੁਣੀ ਹਜੇ ਯਾਦ ਹੀ ਕਰਕੇ ਹਟੇ ਸੀ, ਤੂੰ ਉਹਦੀ ਆ ਗਿਆ। ਮਨ ਵਿੱਚ ਤੜਫ ਪੈਦਾ ਹੋ ਜਾਵੇ ਅਰਦਾਸ ਦੀ, ਗੁਰੂ ਦੇ ਮਿਲਣ ਦੀ। ਮਨ ਵਿੱਚ ਮਹਾਰਾਜ ਜੀ ਕਹਿੰਦੇ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੈ, ਚਾਤ੍ਰਿਕ ਕੀ ਨਿਆਈ ਤ੍ਰਿਖਾ ਨ ਉਤਰੈ, ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ। ਬਸ ਤੜਫ ਹੀ ਇੱਕ ਅਰਦਾਸ ਹੈ। ਗੁਰੂ ਮਨ ਵਿੱਚ ਤਾਂਗ ਮਿਲਣ ਵਾਸਤੇ ਵੱਧ ਜਾਵੇ ਵੀ ਮੈਂ ਗੁਰੂ ਨੂੰ ਮਿਲਣਾ ਹੈ, ਤੇ ਉਸ ਵਕਤ ਸਮਝ ਲਓ ਇਹ ਇੱਕ ਅਰਦਾਸ ਹੈ ਗੁਰੂ ਦੇ ਚਰਨਾਂ ਵਿੱਚ। ਆਓ ਅੰਮ੍ਰਿਤ ਵੇਲੇ ਆਪਾਂ ਰੋਜ਼ ਜੁੜ ਕੇ ਗੁਰੂ ਜੀ ਦਾ ਚੌਥਾ ਹੁਕਮ ਹੈ ਅੰਮ੍ਰਿਤ ਵੇਲੇ ਜਾਗ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ। ਇਹ 10ਵੇਂ ਪਾਤਸ਼ਾਹ ਮਹਾਰਾਜ ਦਾ ਚੌਥਾ ਹੁਕਮਨਾਮਾ ਕਰਕੇ ਆਓ। ਸਤਿਗੁਰੂ ਨੇ ਬੜੀ ਪਾਰ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਜੋ ਰੋਜ਼ਾਨਾ ਦੀ ਤਰ੍ਹਾਂ ਸੰਗਤ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਜੁੜ ਕੇ ਹਾਜ਼ਰੀਆਂ ਭਰਦੇ ਹੋ, ਤੁਹਾਡੇ ਵੱਡੇ ਭਾਗ ਨੇ ਭਾਈ। ਸਤਿਗੁਰੂ ਜੀ ਕਿਰਪਾ ਕਰਨ। ਇਸੇ ਤਰ੍ਹਾਂ ਜੋ ਵੀ ਸੰਗਤ ਅੰਮ੍ਰਿਤ ਵੇਲੇ ਆਪਣੇ ਉਸ ਪਿਆਰੀ ਨੀਂਦਰ ਦਾ ਤਿਆਗ ਕਰਕੇ ਗੁਰੂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਮਨੁੱਖਾ ਜੀਵਨ ਸਫਲ ਬਣਾਉਣਾ, ਇਹੀ ਸਮਾਂ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀ ਸਮੇਂ ਕਿਛ ਕਾਈ ਕੰਮੀ, ਇਹ ਠਾਹਰ ਮੂਲ ਨਾ ਜਾਮਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਆ ਸਮਾਂ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਬਾਣੀ ਪੜ੍ਹ ਕੇ ਸਫਲਾ ਹੁੰਦਾ ਹੈ। ਸਾਰੇ ਜਿਹੜੇ ਨਸਾਂ ਦੀ ਬਾਣੀ 'ਚ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ, ਸਾਰੇ ਭਰਾਵਾਂ ਦਾ, ਭੈਣਾਂ ਦਾ। ਭਾਈ ਜੋ ਰੋਜ਼ਾਨਾ ਦੀ ਤਰ੍ਹਾਂ ਇੱਕ ਨੇਮ ਬਣਾ ਕੇ ਆਉਂਦੇ ਹੋ, ਇਹ ਵੀ ਇੱਕ ਨਿਯਮ ਹੈ। ਜਿਵੇਂ ਇੱਕ ਡਿਊਟੀ ਦਾ ਨਿਯਮ ਹੈ ਨਾ, ਜੇ ਇਸੇ ਤਰ੍ਹਾਂ ਮਨੁੱਖ ਅੰਦਰ ਸਮਝ ਲਵੇ ਵੀ ਮੇਰਾ ਇੱਕ ਨਿਯਮ ਹੈ, ਜੇ ਮੈਂ ਨਾ ਗੁਰਦੁਆਰੇ ਗਿਆ, ਜੇ ਅੱਜ ਮੈਂ ਨਾ ਰੋਟੀ ਖਾਧੀ, ਚਲੋ ਇਹ ਲਾ ਲਓ, ਜੇ ਅੱਜ ਨਾ ਮੈਂ ਰੋਟੀ ਖਾਧੀ, ਦੇਖੋ ਮੇਰੇ ਸਰੀਰ ਦਾ ਕੀ ਹਾਲ ਹੋ ਜਾਊਗਾ। ਸਰਕਾਰੀ ਨੌਕਰੀ ਵਾਲਾ ਬੰਦਾ ਜੇ ਨਾ ਇੱਕ ਦਿਨ ਡਿਊਟੀ ਤੇ ਜਾਵੇ ਨਾ, ਤੇ ਅਗਲੇ ਦਿਨ ਫਿਰ ਉਹਦੀ ਸ਼ਿਕਾਇਤ ਹੋ ਜਾਂਦੀ ਹੈ। ਫਿਰ ਪੁੱਛਦਾ ਵੀ ਅਫਸਰ ਵੀ ਤੂੰ ਕੱਲ੍ਹ ਕਿਉਂ ਨਹੀਂ ਆਇਆ। ਹੁਣ ਜਾਂ ਤਾਂ ਉਹਨੂੰ ਕੋਈ ਬਹਾਨਾ ਬਣਾਉਣਾ ਪਊਗਾ, ਉਹਦੇ ਕੋਲੋਂ ਘੜਨਾ ਪਊਗਾ। ਜੇ ਕੋਈ ਬਹਾਨਾ ਘੜ ਕੇ ਨਾ ਉਹਨੇ ਦੱਸਿਆ, ਤੇ ਫਿਰ ਉਹ ਕਹੂਗਾ ਜੇ ਕੱਲ੍ਹ ਨੂੰ ਲੇਟ ਆਇਆ ਨਾ ਮਿੱਤਰਾ, ਫਿਰ ਆਪਦਾ ਕੋਈ ਹੋਰ ਕੰਮ ਵੇਖ ਲਈ, ਇੱਥੇ ਆਉਣ ਦੀ ਫਿਰ ਲੋੜ ਨਹੀਂ ਹੈ। ਇਸੇ ਤਰ੍ਹਾਂ ਜਿੰਨਾ ਕੁ ਅਸੀਂ ਉੱਧਰ ਐ ਜ਼ਰੂਰੀ ਸਮਝਦੇ ਹਾਂ ਨਾ, ਉਹਨਾਂ ਕੁ ਜੇ ਅਸੀਂ ਕਿਤੇ ਐਂ ਸਮਝ ਲਈਏ ਵੀ ਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਸੁਬਾਹ ਅੰਮ੍ਰਿਤ ਵੇਲੇ ਉਸ ਤੋਂ ਬਾਅਦ ਜਿਹੜਾ ਸਫਲ ਹੈ ਸਾਡਾ ਦਿਨ ਆ, ਉਹ ਫਿਰ ਬੜਾ ਸੁੱਖ ਤੇ ਆਨੰਦ ਦਾ ਬਤੀਤ ਹੁੰਦਾ। ਰਾਮ ਕਲੀ ਮਹਲਾ ਤੀਜਾ, ਆਨੰਦ ਏਕ ਓੰਕਾਰ। ਸਤਿਗੁਰ
ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹੋ ਤੁਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਅਨਗਲਾ ਸਮਰੱਥ ਸੁਆਮੀ ਸੋਕ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕਿਛ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਿਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਈ ਵਸਿਆ ਜਿਨੀ ਇੱਛਾ ਸਭ ਜਾਈਆਂ ਆ ਗੁਰਬਾਨ ਗੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਖ ਸ਼ਬਦ ਤਰੋ ਪਿਆਰੋ ਸੱਚਾ ਆਧਾਰੋ ਵਾਜੇ ਪੰਜ ਸ਼ਬਦ ਦੇ ਸਕਾਰ ਸੁਭਾਗੈ ਅਰਜ ਪਗ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਤੁਧ ਵਾਸੋ ਕੀਤੇ ਕਾਲ ਕੰਟਕ ਮਾਰਿਆ ਤੁਧ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੈ ਲਾਗੇ ਨਾਨਕ ਦਾਸ ਕੋ ਆਦਿਤ ਕਰ ਅਨਹਦ ਵਾਜੇ ਆਨੰਦ ਸੁਨਮ ਬਟ ਭਾਗੀਓ ਸਗਲ ਮਨੋਰਥ ਪੂਰੇ ਪਾਰ ਮੈਂ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪਨੀਤ ਕਹਤੇ ਪਵਿੱਤ ਸਤਿਗੁਰ ਆਪ ਭਰਪੂਰ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।